ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ। ਸਵਰਨ ਸਿੰਘ ਟਾਣਾ ਤੇ ਹਰਮਨ ਥਿੰਦ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਬਹੁਤ ਹੀ ਵਧੀਆ, ਚੜ੍ਹਦੀ ਕਲਾ। ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਜ਼ਿੰਦਾਬਾਦ, ਗੁਲਜ਼ਾਰ ਟਣਾ ਟਣ। ਅੱਛਾ ਜੀ ਟਾਣਾ ਸਾਹਿਬ, ਪਰ ਮੈਂ ਇਹ ਕਹਿਣ ਲੱਗੀ ਸੀ ਕਿ ਮੌਸਮ ਫਿਰ ਝਕਾਨੀ ਦੇ ਰਿਹਾ ਤੇ ਫਿਰ ਕੀ ਹੋ ਗਿਆ? ਮਾੜੀ ਜੀ ਬਦਲੀ ਜੀ ਆ। ਇਹ ਬਦਲੀ ਜੀ 19 ਤਰੀਕ ਤੱਕ ਆਉਂਦੀ ਜਾਂਦੀ ਐਵੇਂ ਰਹਿਣੀ ਆ ਤੇ 18 ਤੇ 19 ਤਰੀਕ ਨੂੰ ਪੰਜਾਬ ਦੇ ਵਿੱਚ ਬੂੰਦਾਬਾਂਦੀ ਦੀ ਸੰਭਾਵਨਾ ਹੈ। ਮੈਂ ਕੱਲ ਵੀ ਗੱਲ ਕਹੀ ਸੀ ਤੇ ਇਸ ਵਕਤ ਜਦੋਂ ਅਸੀਂ ਆਏ ਹਾਂ ਦਫ਼ਤਰ ਦੇ ਵਿੱਚ ਉਦੋਂ ਧੁੱਪ ਸੀ, ਪਰ ਉਸ ਤੋਂ ਬਾਅਦ ਬਦਲੀ ਜੀ ਆ ਗਈ ਜੀ ਤੇ ਹੁਣ ਆਸ ਹੈ ਕਿ ਕਈ ਥਾਵਾਂ ਤੇ ਬੂੰਦਾਬਾਂਦੀ ਹੋ ਸਕਦੀ। ਮੈਂ ਪੜ੍ਹ ਕੇ ਹਟਿਆ ਆ ਲਾਹੌਲ ਸਪੀਤੀ ਦੇ ਵੱਲ, ਆ ਚੰਬੇ ਦੇ ਵੱਲ, ਕੁੱਲੂ ਦੇ ਵੱਲ, ਮਨਾਲੀ ਦੇ ਵੱਲ ਕਹਿੰਦੇ ਮੀਂਹ ਬੜਾ ਪੈਣਾ। ਅੱਛਾ, ਹਾਂਜੀ, ਮਤਲਬ ਮੌਸਮ ਹਾਲੇ ਹੋਰ ਝਕਾਨੀਆਂ ਦਊਗਾ। ਬਿਲਕੁਲ ਜੀ। ਤੇ ਆਪਾਂ ਚੱਜ ਦਾ ਵਿਚਾਰ ਪੇਸ਼ ਕਰ ਦਈਏ। ਦੇਖੋ ਵੀ ਚੱਜ ਦਾ ਵਿਚਾਰ ਬੜਾ ਸਾਫ਼ ਤੇ ਸਪਸ਼ਟ ਆ, ਬੜਾ ਸੋਹਣਾ, ਮੈਨੂੰ ਨਿੱਜੀ ਤੌਰ ਤੇ ਬੜਾ ਚੰਗਾ ਲੱਗਾ ਤੇ ਤੁਸੀਂ ਵੀ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਸਾਰੇ, ਤੁਸੀਂ ਵੀ। ਉਹ ਇਹ ਹੈ ਵੀ ਰੋਟੀ ਖਾਣ ਤੋਂ ਵੱਧ ਸਮਾਂ ਬਣਾਉਣ ਤੇ ਲੱਗਦਾ। ਰੋਟੀ ਖਾਣ ਨਾਲੋਂ ਵੱਧ ਸਮਾਂ ਬਣਾਉਣ ਤੇ ਲੱਗਦਾ ਤੇ ਰੋਟੀ ਬਣਾਉਣ ਨਾਲੋਂ ਵੱਧ ਸਮਾਂ ਰੋਟੀ ਕਮਾਉਣ ਤੇ ਲੱਗਦਾ ਤੇ ਰੋਟੀ ਕਮਾਉਣ ਨਾਲੋਂ ਵੱਧ ਸਮਾਂ ਅੰਨ ਉਗਾਉਣ ਤੇ ਲੱਗਦਾ। ਇਸ ਕਰਕੇ ਰੋਟੀ ਖਾ ਕੇ ਸ਼ੁਕਰ ਕਰੋ, ਕਮਾਉਣ ਵਾਲੇ ਦਾ ਵੀ, ਬਣਾਉਣ ਵਾਲੇ ਦਾ ਵੀ ਤੇ ਅੰਨ ਉਗਾਉਣ ਵਾਲੇ ਦਾ ਵੀ। ਬਿਲਕੁਲ ਸਹੀ ਗੱਲ ਹੈ। ਸਭ ਤੋਂ ਪਹਿਲਾਂ ਉਗਾਉਣ ਵਾਲੇ ਦਾ ਸ਼ੁਕਰਾਨਾ, ਫਿਰ ਬਣਾਉਣ ਵਾਲੇ ਦਾ ਸ਼ੁਕਰਾਨਾ, ਕਿਉਂਕਿ ਉਹਨੇ ਆਪਣਾ ਸਮਾਂ ਦਿੱਤਾ ਹੁੰਦਾ ਹੈ ਤੇ ਉਸ ਤੋਂ ਬਾਅਦ ਵਿੱਚ ਆਪਣੀ ਵਾਰੀ ਆਉਂਦੀ ਹੈ। ਸੋ ਪਰ ਇਹ ਗੱਲਾਂ ਹਰੇਕ ਦੇ ਜ਼ਹਿਨ ਦੇ ਵਿੱਚ ਨਹੀਂ ਆਉਂਦੀਆਂ, ਇਹਦਾ ਦੁੱਖ ਹੁੰਦਾ ਉਹਨਾਂ ਲੋਕਾਂ ਨੂੰ ਬਿਲਕੁਲ ਨਹੀਂ ਸਮਝ ਆਉਣੀਆਂ ਜਿਹੜੇ ਕਿਸਾਨ ਨੂੰ ਅੱਤਵਾਦੀ ਦੱਸਦੇ ਆ। ਉਹਨਾਂ ਲੋਕਾਂ ਨੂੰ ਭੋਰਾ ਨਹੀਂ ਸਮਝ ਆਉਣੀ ਜਿਹੜੇ ਕਹਿੰਦੇ ਵੀ ਫੰਡਿੰਗਾਂ ਦੇ ਆਸਰੇ ਬੈਠੇ ਆ। ਉਹਨਾਂ ਲੋਕਾਂ ਨੂੰ ਭੋਰਾ ਨਹੀਂ ਸਮਝ ਆਉਣੀ ਜਿਹੜੇ ਇਹ ਗੱਲ ਕਹਿੰਦੇ ਪਿਕਨਿਕ ਤੇ ਆਏ ਹੋਏ ਆ। ਉਹਨਾਂ ਲੋਕਾਂ ਨੂੰ ਭੋਰਾ ਨਹੀਂ ਸਮਝ ਆਉਣੀ ਜਿਹੜੇ ਕਹਿੰਦੇ ਵੀ ਕਿਸੇ ਬਿਠਾਏ ਹੋਏ ਆ। ਇਹ ਸਿਰਫ ਉਹਨਾਂ ਨੂੰ ਸਮਝਾਉਣੀ ਹੈ ਗੱਲ ਜਿਹੜੇ ਲੋਕ ਅਸਲ ਕਿਸਾਨ ਆ, ਜਿਹੜੇ ਲੋਕ ਕਿਸਾਨਾਂ ਦੀ ਪੀੜ ਨੂੰ ਸਮਝਦੇ ਆ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ ਤੇ ਭਾਵੇਂ ਕਿਸੇ ਦੇ ਵੀ ਨਾ ਹੋਣ। ਜਿਉਂਦੀ ਜ਼ਮੀਰ ਵਾਲੇ, ਮੁੱਕਦੀ ਗੱਲ ਇੱਥੇ ਜਿਉਂਦੀ ਜ਼ਮੀਰ ਵਾਲੇ। ਕਿਉਂਕਿ ਚਲੋ ਖੈਰ ਆਪਾਂ ਇਸ ਮੁੱਦੇ ਵੱਲ ਨੂੰ ਹੋਰ ਨਹੀਂ ਜਾਣਾ। ਇੱਕ ਹੋਰ ਚੱਜ ਦਾ ਵਿਚਾਰ ਆਇਆ ਜੀ। ਕੁਛ ਤੋਂ ਚਾਹਤ ਰਹੀ ਹੋਗੀ ਇਨ ਬਾਰਿਸ਼ की बूंदों की भी, कुछ तो चाहत रही होगी इन बारिश की बूंदों की भी, वरना कौन आसमान पर जाकर जमीन पर गिरता है। क्या बात टैना साहब। कौन ਇਹੋ ਜਿਹਾ ਬੰਦਾ ਜਾਂ ਕਿਹੜੀ ਐਸੀ ਚੀਜ਼ ਆ ਜਿਹੜੀ ਤਾਂ ਜਾ ਕੇ ਪਟਕਰੇ ਨੇ ਥੱਲੇ ਡਿੱਗਦੀ ਆ। ਕੋਈ ਨਾ ਕੋਈ ਖਿੱਚ ਆ ਧਰਤੀ ਦੇ ਨਾਲ, ਉਹਨਾਂ ਦਾ ਸੰਗਮ ਹੁੰਦਾ, ਮੇਲ ਹੁੰਦਾ। ਹਾਂ, ਕੋਈ ਪਿਆਰ ਹੈ, ਕੋਈ ਉਹਦੀਆਂ ਵੀ ਮੰਗਾਂ ਨੇ, ਕੋਈ ਉਹਦੇ ਅੰਦਰ ਵੀ ਕੋਈ ਤਮੰਨਾ ਹੈ ਨਾ, ਜਿਹਦੇ ਕਰਕੇ ਸਾਰਾ ਕੁਝ ਹੋ ਰਿਹਾ। ਸੋ ਖੈਰ ਇਹ ਕੁਦਰਤ ਹੈ, ਕੁਦਰਤ ਦਾ ਹਮੇਸ਼ਾ ਕਦਰਦਾਨ ਰਹਿਣਾ ਚਾਹੀਦਾ ਇਨਸਾਨ ਨੂੰ। ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਪੇਸ਼ ਕਰੀਏ। ਕਹਿੰਦੇ ਕਿ ਬੰਦੇ ਨੂੰ ਹਮੇਸ਼ਾ ਜ਼ਿੰਦਗੀ ਦੇ ਵਿੱਚ ਜਿਹੜੇ ਚੰਗੇ ਫੈਸਲੇ ਉਹ ਲੈਂਦਾ ਤੇ ਇਹ ਚੰਗੇ ਫੈਸਲੇ ਤਜਰਬੇ ਨਾਲ ਆਉਂਦੇ ਨੇ। ਬਿਲਕੁਲ ਸਹੀ। ਤੇ ਤਜਰਬਾ ਹਮੇਸ਼ਾ ਮਾੜੇ ਫੈਸਲਿਆਂ ਤੋਂ ਬਾਅਦ ਹੀ ਇਨਸਾਨ ਹਾਸਲ ਕਰਦਾ। ਬਿਲਕੁਲ ਸਹੀ ਗੱਲ ਆ। ਜੇ ਜ਼ਿੰਦਗੀ ਦੇ ਵਿੱਚ ਇਕੱਲੇ ਚੰਗੇ ਫੈਸਲੇ ਲਈ ਜਾਵਾਂਗੇ, ਆਪਾਂ ਤਾਂ ਆਪਦੇ ਵੱਲੋਂ ਹਰ ਫੈਸਲਾ ਚੰਗਾ ਹੀ ਲੈਂਦੇ ਆ, ਪਰ ਜਦੋਂ ਉਸ ਪ੍ਰਕਿਰਿਆ ਦੇ ਵਿੱਚੋਂ ਨਿਕਲਦੇ ਆ ਪਤਾ ਫੇਰ ਲੱਗਦਾ ਵੀ ਇਹ ਫੈਸਲਾ ਮੇਰਾ ਗਲਤ ਸੀ। ਤੇ ਜੇਕਰ ਕੋਈ ਫੈਸਲਾ ਗਲਤ ਹੋਵੇ ਹੀ ਨਾ ਤਾਂ ਅਸੀਂ ਸਬਕ ਸਿੱਖਣ ਦੇ ਆਦੀ ਨਹੀਂ। ਗਲਤ ਕੀਤੇ ਹੋਏ ਫੈਸਲੇ, ਗਲਤ ਲਏ ਹੋਏ ਫੈਸਲੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਬਕ ਦਿੰਦੇ ਆ ਵੀ ਇਹੋ ਜਿਹਾ ਕੰਮ ਦੁਬਾਰਾ ਨਹੀਂ ਕਰਨਾ। ਬਿਲਕੁਲ ਸਹੀ ਗੱਲ। ਇਹੋ ਜਿਹਾ ਗਲਤ ਫੈਸਲਾ ਦੁਬਾਰਾ ਨਹੀਂ ਲੈਣਾ। ਤੇ ਵੈਸੇ ਪਹਿਲੀ ਵਾਰ ਦੇ ਵਿੱਚ ਅਸੀਂ ਹਮੇਸ਼ਾ ਚੰਗਾ ਫੈਸਲਾ ਹੀ ਆਪਣੇ ਵੱਲੋਂ ਲੈਨੇ ਆ। ਕੋਈ ਨਹੀਂ ਚਾਹੁੰਦਾ ਮੇਰਾ ਮਾੜਾ ਹੋਵੇ, ਹਰ ਬੰਦਾ ਚਾਹੁੰਦਾ ਮੇਰਾ ਚੰਗਾ ਹੀ ਹੋਵੇ, ਹਰ ਮੋੜ ਦੇ ਉੱਤੇ ਮੇਰਾ ਚੰਗਾ ਹੋਵੇ, ਪਰ ਇਹ ਜ਼ਰੂਰੀ ਨਹੀਂ ਜਿਵੇਂ ਅਸੀਂ ਚਾਹੁੰਦੇ ਆ ਸਾਰੇ ਕੰਮ ਉਵੇਂ ਹੋਣ। ਬਿਲਕੁਲ ਸਹੀ ਗੱਲ ਹੈ। ਔਰ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ, ਕਈ ਵਾਰੀ ਬੰਦਾ ਗਲਤ ਫੈਸਲੇ ਲੈ ਕੇ ਤਜਰਬਾ ਹਾਸਲ ਕਰਨ ਤੋਂ ਬਾਅਦ ਵੀ ਕਈ ਵਾਰ ਉਹਨਾਂ ਤਜਰਬਿਆਂ ਤੋਂ ਕੁਝ ਸਿੱਖਦਾ ਨਹੀਂ ਹੈ, ਪਰ ਸਿੱਖਦੇ ਸਦਾ ਹੀ ਰਹਿਣਾ ਚਾਹੀਦਾ। ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਇਨਸਾਨ ਨੂੰ ਜਦੋਂ ਵੀ ਕਿਤੋਂ ਵੀ ਕੁਝ ਵੀ ਸਿੱਖਣ ਨੂੰ ਮਿਲੇ ਉਹਨੂੰ ਹਮੇਸ਼ਾ ਸਿੱਖੋ, ਉਹਨੂੰ ਆਪਣੇ ਅੰਦਰ ਜਜ਼ਬ ਕਰ ਲਓ, ਗ੍ਰਹਿਣ ਕਰ ਲਓ। ਮਤਲਬ ਉਹ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਲਈ ਬਹੁਤ ਬੇਸ਼ਕੀਮਤੀ ਹੁੰਦੀਆਂ ਨੇ। ਦੁਨੀਆ ਦੇ ਵਿੱਚ ਆਪਾਂ ਇਹਨਾਂ ਗੱਲਾਂ ਨੂੰ ਤਿਜੋਰੀ 'ਚ ਨਹੀਂ ਰੱਖ ਸਕਦੇ, ਕਿਸੇ ਬੈਂਕ ਦੇ ਵਿੱਚ FD ਨਹੀਂ ਕਰਵਾ ਸਕਦੇ, ਪਰ ਇਹ ਗੱਲਾਂ ਸਾਨੂੰ ਅੱਗੇ ਤੱਕ ਬਹੁਤ ਲੈ ਕੇ ਜਾਂਦੀਆਂ ਨੇ। ਬਿਲਕੁਲ ਸਹੀ। ਜੱਜ ਦਾ ਵਿਚਾਰ। ਟਾਣਾ ਸਾਹਿਬ, ਸਭ ਤੋਂ ਪਹਿਲਾਂ ਹੁਣ ਬਾਰਡਰਾਂ ਦਾ ਹਾਲ ਦੱਸ ਦਿਓ। ਦਿੱਲੀ ਦੇ ਬਾਰਡਰ ਬਹੁਤ ਵਧੀਆ, ਕਿਸਾਨ ਬੈਠੇ ਆ, ਡਟੇ ਬੈਠੇ ਆ। ਜਿਹੜੇ ਐਵੇਂ ਕਤਤਾਈਆਂ ਕਰਦੇ ਆ, ਲੈ ਉੱਥੇ ਕੋਈ ਨਹੀਂ ਗਾ, ਹੁਣ ਉੱਥੇ ਕਿਹਨੇ ਰਹਿਣਾ, ਮੰਨਦੀ ਹੈ ਨਹੀਂ ਸਰਕਾਰ ਤੋਂ, ਉਮਰ ਤਾਂ ਮੱਥੇ ਨਹੀਂ ਲੱਗਦਾਗਾ, ਕਿਸਾਨਾਂ ਨੇ ਆਉਣਾ ਹੀ ਸੀ ਘਰੇ, ਲੈ ਕੀ ਫਾਇਦਾ ਉੱਥੇ ਜਾਣ ਦਾ। ਬੰਦੇ 4 ਰਹਿ ਗਏ ਉੱਥੇ, ਟਰਾਲੀਆਂ ਮੁੜ ਆਈਆਂ ਉੱਥੋਂ। ਜਿਹੜੇ ਏਦਾਂ ਦੇ ਵਿਚਾਰ ਦਿੰਦੇ ਆ ਨਾ, ਉਹਨਾਂ ਨੂੰ ਜੀ ਕਰਦਾ ਵੀ ਦਵਲੀਏ ਕੱਦੂ ਕੀਤੇ ਵਾਹਣ ਦੇ ਵਿੱਚ। ਉੱਥੇ ਬਿਲਕੁਲ ਇਕੱਠ ਹੈਗਾ, ਉੱਥੇ ਕੋਈ ਸਮੱਸਿਆ ਨਹੀਂ ਗੀ, ਉੱਥੇ ਸਾਰੀਆਂ ਸਹੂਲਤਾਂ ਪੈਦਾ ਕਰ ਲਈਆਂ ਕਿਸਾਨਾਂ ਨੇ। ਉੱਥੇ ਪੱਖੇ ਲਾ ਲਏ ਆ, ਉੱਥੇ ਕੂਲਰ ਲੈ ਗਏ ਆ, ਟਰਾਲੀਆਂ ਨੂੰ ਕਮਰਿਆਂ ਵਰਗਾ ਬਣਾ ਲਿਆ। ਸੋ ਕਮਾਲ ਕੀਤੀ ਪਈ ਆ। ਬਿਲਕੁਲ ਸਹੀ। ਔਰ ਟਿਕਰੀ ਬਾਰਡਰ ਤੋਂ ਜਿਹੜੀ ਖਬਰ ਸਾਹਮਣੇ ਆਈ ਆ ਉਹ ਵੀ ਸਾਂਝੀ ਕਰ ਦਈਏ। ਇੱਕ ਗੱਲ ਮੈਂ ਹੋਰ ਦੱਸਦਾ, ਮੈਨੂੰ ਨਾ ਪਰਸੋਂ ਇੱਕ ਸਾਥੀ ਮਿਲਿਆ, ਉਹਨੇ ਕਿਹਾ ਜੀ ਅਸੀਂ ਨਾ ਉੱਥੇ ਜਾ ਕੇ ਟਰਾਲੀਆਂ ਦੇ ਵਿੱਚ ਫੋਮ ਭਰਤੀ ਆ। ਅਸੀਂ ਲੁਧਿਆਣੇ ਤੋਂ ਕਹਿੰਦੇ ਫੋਮ ਲੈ ਕੇ ਗਏ ਆ। ਇਹ ਜਿੰਨਾ ਤਾਪਮਾਨ ਹੋਵੇ ਨਾ ਉਹਦੇ ਤੋਂ 7-8 ਡਿਗਰੀ ਘਟਾ ਦਿੰਦੀ ਆ।
ਅੱਛਾ ਜੇ ਜੀ। ਮੰਨ ਲਓ ਤਾਪਮਾਨ ਹੋ ਜਾਏ 47 ਡਿਗਰੀ, ਇੱਥੇ ਕਹਿੰਦਾ ਟਰਾਲੀ ਦੇ ਵਿੱਚ ਜਾਂ ਜਿੱਥੇ ਵੀ ਅਸੀਂ ਝੌਂਪੜੀ ਬਣਾਵਾਂਗੇ ਉੱਥੇ ਕਹਿੰਦਾ ਉਹ 37 38 39 ਡਿਗਰੀ ਤੱਕ ਤਾਪਮਾਨ ਰਹਿ ਜਾਊਗਾ। ਸੋ ਇਦਾਂ ਦੇ ਪ੍ਰਬੰਧ ਕੀਤੇ ਗਏ ਆ, ਪਰ ਇਦਾਂ ਦੇ ਪ੍ਰਬੰਧ ਵੇਖ ਕੇ ਤਾਂ ਕਈਆਂ ਨੂੰ ਸੱਤੀ ਕੱਪੜੀ ਅੱਗ ਲੱਗੀ ਆ। ਜੀ। ਲਓ ਜੀ, ਹੁਣ ਪਤਾ ਲੱਗਾ ਟਿੱਕਰੀ ਬਾਰਡਰ ਦੇ ਉੱਤੇ ਮੱਝਾਂ ਲੈ ਗਏ ਕਿਸਾਨ। ਉਹ ਕਹਿੰਦੇ ਠੀਕ ਆ, ਐਂ ਸਹੀ। ਮੱਝਾਂ ਸਣੇ? ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਵੀ ਹੁਣ ਤੁਸੀਂ ਮੱਝਾਂ ਲੈ ਆਏ ਹੋ, ਨਾਲ ਕਟੜੂ ਵੀ ਆ, ਉਹਨਾਂ ਨੂੰ ਪੱਠੇ ਪਾ ਰਹੇ ਆ, ਇਹਨਾਂ ਦੀ ਸੇਵਾ ਕਰ ਰਹੇ ਆ, ਵੀ ਗੱਲ ਕੀ ਆ? ਉਹ ਕਹਿੰਦੇ ਵੀ ਭਾਈ ਇਹ ਤਾਂ ਹੋ ਗਏ ਢੀਠ, ਜਿਨ੍ਹਾਂ ਨੇ ਸਾਡੇ ਨਾਲ ਮੀਟਿੰਗਾਂ ਕਰਨੀਆਂ ਸੀ ਉਹ ਤਾਂ ਗਏ ਮੁੱਕਰ, ਤੇ ਮਰੇ ਤੇ ਮੁੱਕਰੇ ਦੇ ਵਿੱਚ ਅੰਤਰ ਕੋਈ ਨਹੀਂ ਹੁੰਦਾ। ਇਸ ਕਰਕੇ ਭਾਈ ਹੁਣ ਅਸੀਂ ਪਸ਼ੂ ਥੋੜੀ ਮਾਰਨੇ ਆ, ਜਦੋਂ ਅਸੀਂ ਇੱਥੋਂ ਜਾਣਾ ਹੀ ਨਹੀਂ, ਅਸੀਂ ਘਰ ਹੀ ਇੱਥੇ ਬਣਾ ਲਏ। ਉਹ ਪੱਤਰਕਾਰਾਂ ਨੂੰ ਸਵਾਲ ਕਰਦੇ ਆ ਵੀ ਕੋਈ ਚੰਗਾ ਸਕੂਲ ਹੋਇਆ ਦੱਸਿਓ, 2 ਨਿਆਣੇ ਵੀ ਲਾਉਣੇ ਉੱਥੇ ਅਜੇ। ਅੱਛਾ, ਹਾਂ, ਕਹਿੰਦੇ ਸਾਰੇ ਆ ਕੇ ਤਾਲਾ ਲਾ ਕੇ ਆਏ ਆ। ਦੇਖੋ ਗੱਲ ਇਹ ਟਾਣਾ ਸਾਹਿਬ ਵੀ ਅੰਦੋਲਨ ਆਪਾਂ ਸਾਰੇ ਜਾਣਦੇ ਆ ਕਿ ਲੰਮਾ ਚੱਲੇਗਾ, ਹਾਲੇ ਹੋਰ ਬਹੁਤ ਜ਼ਿਆਦਾ ਸਬਰ ਦੀ ਸੰਤੋਖ ਦੀ ਜ਼ਰੂਰਤ ਹੈ। ਸੋ ਉਹ ਕਿਸਾਨਾਂ ਦੇ ਅੰਦਰ ਵੈਸੇ ਹੀ ਕੁੱਟ-ਕੁੱਟ ਕੇ ਭਰਿਆ ਹੋਇਆ ਹੈ, ਔਰ ਜਿਵੇਂ ਵਾਕਈ ਸਰਕਾਰ ਨੇ ਢੀਠਤਾਈ ਫੜੀ ਹੋਈ ਹੈ, ਜਿਸ ਤਰੀਕੇ ਦੇ ਨਾਲ ਕੋਈ ਵੀ ਕੰਨ ਦੇ ਉੱਪਰ ਜੂੰ ਨਹੀਂ ਸਰਕਰੀ, ਕਿਤੇ ਵੀ ਕੁਝ ਵੀ ਨਜ਼ਰ ਨਹੀਂ ਆ ਰਿਹਾ, ਕੋਈ ਵੀ ਹਿਲਜੁਲ ਜੀ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਨਾ। ਤੇ ਉਸ ਤੋਂ ਬਾਅਦ ਵਿੱਚ ਇਹੋ ਜਿਹੇ ਫੈਸਲੇ ਤਾਂ ਮੈਨੂੰ ਲੱਗਦਾ ਲੈਣੇ ਹੀ ਪੈਣਗੇ, ਕਿਉਂਕਿ ਬੱਚਿਆਂ ਦੇ ਵੀ ਭਵਿੱਖ ਦਾ ਸਵਾਲ ਹੈ, ਆਪਣੇ ਵੀ ਭਵਿੱਖ ਦਾ ਸਵਾਲ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦਾ ਹੀ ਇਹ ਨਤੀਜਾ ਹੈ। ਬਿਲਕੁਲ ਜੀ, ਤੇ ਇਹ ਨਤੀਜਾ ਚੰਗਾ ਹੀ ਆਵੇ ਤੇ ਇਹਦੀ ਅਸੀਂ ਕਾਮਨਾ ਕਰਦੇ ਆ। ਪਰ ਉਸ ਤੋਂ ਅਗਲੀ ਗੱਲ ਇਹ ਆ ਵੀ ਇਸ ਵਕਤ ਜਵਾਨੀ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉੱਥੇ ਪਹੁੰਚਣਾ ਚਾਹੀਦਾ। ਆਪਣੇ ਵਿੱਚ 100 ਕਿਸਮ ਦੀਆਂ ਵੰਡੀਆਂ ਹੋਣਗੀਆਂ, ਸਾਡੇ 'ਚ 100 ਕਿਸਮ ਦੇ ਵਖਰੇਵੇਂ ਹੋ ਸਕਦੇ ਆ। ਘਰ ਦੇ ਵਿੱਚ ਕਿਹੜਾ ਹੁੰਦੇ ਨਹੀਂ, ਫਿਰ ਅਸੀਂ ਛੱਤਾਂ ਢਾ ਦਿੰਦੇ ਆ, ਫਿਰ ਅਸੀਂ ਕੰਧਾਂ ਡੇਗ ਦਿੰਦੇ ਆ। ਜੀ ਟੈਣਾ ਸਾਹਿਬ, ਮੈਨੂੰ ਨਾ ਇੱਕ ਚੀਜ਼ ਸਮਝ ਨਹੀਂ ਆਉਂਦੀ, ਮੈਂ ਅੱਗੇ ਵੀ ਇੱਕ ਦਿਨ ਇਹ ਗੱਲ ਕਰ ਰਹੀ ਸੀ ਕਿ ਜਦੋਂ ਕਿਤੇ ਨਾ ਆਪਾਂ ਇੱਕ ਉਦਾਹਰਨ ਲੈ ਲੈਂਦੇ ਆ ਵੀ ਜਦੋਂ ਕਿਤੇ ਸਾਡੇ ਘਰ ਦੇ ਵਿੱਚ ਲੜਾਈ ਹੋ ਰਹੀ ਹੋਵੇ ਨਾ, ਤੇ ਅਸੀਂ ਨਾ ਕਹਿੰਦੇ ਆ ਵੀ ਆਵਾਜ਼ ਹੌਲੀ ਕਰ ਲਓ, ਬਾਹਰ ਨਾ ਕਿਸੇ ਨੂੰ ਪਤਾ ਲੱਗ ਜਾਏ, ਕਿਸੇ ਨੂੰ ਸਾਡੀਆਂ ਕਮੀਆਂ ਨਾ ਪਤਾ ਲੱਗ ਜਾਣ, ਘਰ ਦੀਆਂ ਗੱਲਾਂ ਨਾ ਪਤਾ ਲੱਗ ਜਾਣ, ਹਨਾ। ਤੇ ਅਸੀਂ ਹਮੇਸ਼ਾ ਉਸ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ, ਹਨਾ, ਆਪਸ ਦੇ ਵਿੱਚ ਚਾਹੇ ਖੈਬੜੀ ਜਾਈਏ, ਬਾਹਰ ਨਹੀਂ ਤੂੰ ਨਿਕਲਣ ਦੇਈਦੀ, ਹਨਾ। ਤੇ ਜਦੋਂ ਹੁਣ ਪੰਜਾਬ ਵੀ ਤਾਂ ਸਾਡਾ ਘਰ ਹੈ ਨਾ, ਤੇ ਅੱਜ ਅਸੀਂ ਆਗੂਆਂ ਨੂੰ, ਅੱਜ ਅਸੀਂ ਲੋਕਾਂ ਨੂੰ, ਅੱਜ ਅਸੀਂ ਕੋਈ ਲੱਖੇ ਨੂੰ ਮਾੜਾ ਕਹੀ ਜਾਂਦਾ, ਕੋਈ ਦੀਪ ਨੂੰ ਮਾੜਾ ਕਹੀ ਜਾਂਦਾ, ਕੋਈ ਆਗੂਆਂ ਨੂੰ ਮਾੜਾ ਕਹੀ ਜਾਂਦਾ, ਕੋਈ ਕਿਸਾਨਾਂ ਨੂੰ ਮਾੜਾ ਕਹੀ ਜਾਂਦਾ, ਕੋਈ ਪੱਤਰਕਾਰਾਂ ਨੂੰ ਮਾੜਾ ਕਹੀ ਜਾਂਦਾ। ਮਤਲਬ ਹਰ ਬੰਦਾ ਜਿਹੜਾ ਆਪਣੀ ਵਿਦਵਾਨਗਿਰੀ ਜਿਹੜੀ ਆ ਉਹ ਝਾੜਨ ਦੀ ਕੋਸ਼ਿਸ਼ ਕਰ ਰਿਹਾ। ਮੈਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਆਪਣੇ ਘਰ ਦੀ ਗੱਲ ਬਾਹਰ ਨਹੀਂ ਕੱਢਦੇ ਤਾਂ ਪੰਜਾਬ ਵੀ ਸਾਡਾ ਘਰ ਹੈ, ਅਸੀਂ ਇਹਦੀ ਵੀ ਗੱਲ ਬਾਹਰ ਨਾ ਕੱਢੀਏ। ਜੋ ਵੀ ਮਸਲੇ ਨੇ, ਜੋ ਵੀ ਘਰੇਲੂ ਆਪਣੇ ਹਾਲਾਤ ਨੇ, ਇਹ ਹਾਲਾਤ ਜਦੋਂ ਸਾਰੇ ਕਿਸਾਨ ਉੱਥੋਂ ਜਿੱਤ ਹਾਸਲ ਕਰਕੇ ਵਾਪਸ ਆ ਜਾਣਗੇ, ਆਪਾਂ ਫੇਰ ਨਜਿੱਠ ਲਾਂਗੇ। ਮੈਨੂੰ ਕੱਲ ਇੱਕ ਸੱਜਣ ਨੇ ਫੋਨ ਕਰਕੇ ਕਿਹਾ, ਕਹਿੰਦੇ ਵੀ ਰਾਜੇਵਾਲ ਹੋਰੀ ਤੇ ਬਾਕੀ ਜਿਹੜੇ ਕਿਸਾਨ ਆਗੂ ਆ ਨਾ, ਭਾਵੇਂ ਉਗਰਾਹਾਂ ਹੋਰੀ ਆ ਤੇ ਭਾਵੇਂ ਰੁਲਦੂ ਸਿੰਘ ਮਾਨਸਾ ਤੇ ਭਾਵੇਂ ਕੋਈ ਵੀ ਹੋਰ ਆ, ਇਹ ਸਾਰੇ ਦੇ ਸਾਰੇ ਤਾਂ ਬੀਜੇਪੀ ਨੂੰ ਜਿਤਾਉਣ ਵਾਸਤੇ ਉੱਥੇ ਗਏ ਆ, ਇਹ ਕੋਈ ਹਰਾਉਣ ਵਾਸਤੇ ਨਹੀਂ ਗਏ। ਤੇ ਮੈਂ ਕਿਹਾ ਵੀ ਆਪਾਂ ਵਿਦਵਾਨ ਕਿਹੜੇ ਸਾਲ ਦੇ ਵਿੱਚ ਬਣ ਗਏ ਸੀ? ਕਹਿੰਦਾ ਲਈ ਮੇਰਾ ਅੰਦਾਜ਼ਾ। ਮੈਂ ਕਿਹਾ ਤੇਰਾ ਅੰਦਾਜ਼ਾ ਇਹ ਨਹੀਂਗਾ ਵੀ ਤੇਰਾ ਨਾਂ ਅਮਿਤ ਸ਼ਾਹ ਹੋਣਾ ਚਾਹੀਦਾ ਸੀ, ਪਰ ਇਹਦਾ ਨਾਂ ਬਦਲ ਦਿੱਤਾ ਗਿਆ, ਤੇਰੇ ਨਾਲ ਧੋਖਾ ਨਹੀਂ ਹੋਇਆ? ਕਹਿੰਦਾ ਨਹੀਂ, ਇਦਾਂ ਦੀ ਗੱਲ ਨਹੀਂ। ਮੈਂ ਕਿਹਾ ਵੀ ਆਪਾਂ ਯਬਲੀ ਕੋਈ ਵੀ ਛੱਡ ਦਿੰਨੇ ਆ, ਤੁਸੀਂ ਐਂ ਕਰੋ ਵੀ ਉਹ ਤਾਂ ਹੈਗੇ ਗਲਤ, ਰਾਜੇਵਾਲ ਵੀ ਗਲਤ, ਉਗਰਾਹਾਂ ਵੀ ਗਲਤ, 31 ਕਿਸਾਨ ਜਥੇਬੰਦੀਆਂ ਗਲਤ, ਸਾਰੇ ਜਿਹੜੇ ਨਾਲ ਜੁੜੇ ਆ ਉਹ ਵੀ ਗਲਤ, ਤੁਸੀਂ ਮੂਹਰੇ ਲੱਗ ਜਾਓ, ਤੁਸੀਂ ਸਾਰਾ ਕੁਝ ਸਹੀ ਕਰ ਲਓ। ਬਿਲਕੁਲ ਸਹੀ ਗੱਲ ਹੈ। ਪਤਾ ਤਾਂ ਉਦੋਂ ਲੱਗੂਗਾ ਨਾ ਜਦੋਂ ਆਪਣੇ ਕੰਮਕਾਜ ਛੱਡ ਕੇ ਤੇ ਫਿਰ ਆਪਾਂ ਨੂੰ ਉੱਥੇ ਜਾ ਕੇ ਤੇ ਸਾਰਾ ਕੁਝ ਦੇਖਣਾ ਪਊਗਾ। ਅਸੀਂ ਆਪਣੇ ਕੰਮ ਵੀ ਨਹੀਂ ਛੱਡਣਾ ਚਾਹੁੰਦੇ, ਅਸੀਂ ਆਪਣੀ ਜਿਹੜੀ ਵਿਦਵਾਨਗਿਰੀ ਆ ਉਹ ਵੀ ਝਾੜਨਾ ਚਾਹੁੰਦੇ ਆ। ਮੈਨੂੰ ਪੁੱਛਿਆ, ਮੈਂ ਕਿਹਾ ਆਪਾਂ ਕਿੰਨੇ ਵਾਰੀ ਗਏ ਆ? ਕਹਿੰਦਾ ਮੈਂ ਇੱਕ ਵਾਰ ਗਿਆ ਸੀਗਾ, ਸ਼ਨੀਵਾਰ ਜਾ ਕੇ ਤੇ ਮੈਂ ਰਾਤੋਂ ਰਾਤ ਵਾਪਸ ਆ ਗਿਆ ਸੀਗਾ। ਬਸ ਮਾਹੌਲ ਜਾ ਮੈਂ ਆਖਿਆ ਦੇਖਿਆ ਗਿਆ ਵੀ ਕਿਦਾਂ ਦਾ, ਤੇ ਮੈਂ ਉੱਥੇ ਮੇਲਾ ਲੱਗਾ ਸੀ, ਉੱਥੇ ਅੰਦੋਲਨ ਲੜਨ ਗਏ ਆ, ਤੇ ਉਹਨਾਂ ਸਿਰੜੀ ਲੋਕਾਂ ਵਾਂਗੂ ਬੈਠ ਕੇ ਤਾਂ ਦਿਖਾਓ ਇੱਕ ਦਿਨ। ਹੁਣ 33 ਡਿਗਰੀ ਤਾਪਮਾਨ ਆ ਉੱਥੇ, ਇਸ ਤੋਂ ਪਹਿਲਾਂ ਪੋਹ ਮਾਘ ਦੇ ਵਿੱਚ ਰਜਾਈ ਦੇ ਵਿੱਚ ਵੀ ਠਾਰੀ ਚੜ੍ਹਦੀ ਸੀ। ਤੁਸੀਂ ਉੱਥੇ ਬੈਠੋ 2 ਦਿਨ, ਤੁਹਾਨੂੰ ਪਤਾ ਲੱਗੇ ਵੀ ਕਿਹੋ ਜੀ ਵਿਦਵਤਾ ਤੁਹਾਡੇ ਅੰਦਰ ਤੇ ਕਿਹੋ ਜਿਹਾ ਸਿਰੜਾ ਤੁਹਾਡੇ ਅੰਦਰ। ਜੀ ਨਾਲੇ ਜੇਕਰ ਤੁਹਾਡੇ ਕੋਲ ਕਿਸੇ ਦੇ ਖਿਲਾਫ ਕੋਈ ਵੀ ਸਬੂਤ ਹੈ ਫਿਰ ਗੱਲ ਕਰੋ, ਜੇ ਨਹੀਂ ਹੈ ਤਾਂ ਆਪਾਂ ਨੂੰ ਆਪਣੇ ਬਾਰੇ ਤਾਂ ਪਤਾ ਨਹੀਂ ਹੁੰਦਾ, ਆਪਣੀ ਰਿਸ਼ਤੇਦਾਰੀ ਬਾਰੇ ਤਾਂ ਪਤਾ ਨਹੀਂ ਹੁੰਦਾ, ਆਪਣੇ ਨਿਆਣਿਆਂ ਬਾਰੇ ਤਾਂ ਪਤਾ ਨਹੀਂ ਹੁੰਦਾ, ਪਰ ਸਾਨੂੰ ਇਹ ਜ਼ਰੂਰ ਪਤਾ ਹੁੰਦਾ ਫਲਾਣਾ ਬੰਦਾ ਤਾਂ ਇਦਾਂ ਦਾ ਹੀ ਹੈ, ਫਿਰ ਅਸੀਂ ਸੋਸ਼ਲ ਮੀਡੀਆ ਤੇ ਉਹਦੇ ਬਾਰੇ ਚ ਬੋਲਦੇ ਆ। ਇਹ ਸਾਰੀਆਂ ਗੱਲਾਂ ਚੰਗੀਆਂ ਨਹੀਂ। ਫਿਲਹਾਲ ਇੱਕੋ ਇੱਕ ਟੀਚਾ ਹੈ, ਆਪਾਂ ਖੁਦ ਪਿੰਡ ਦੇ ਸਰਪੰਚ ਨੂੰ ਰਾਏ ਨਹੀਂ ਦਿੰਦੇ ਜੀ, ਤੇ ਇੱਥੇ ਬੈਠ ਕੇ ਰਾਏ ਦਿੰਦੇ ਆ ਵੀ ਭਾਈ ਫਲਾਣੇ ਨੂੰ ਐ ਕਰਨਾ ਚਾਹੀਦਾ। ਪਹਿਲਾਂ ਆਪਦੇ ਪਿੰਡ ਤੋਂ ਸ਼ੁਰੂਆਤ ਕਰਗੇ, ਆਪਾਂ ਉੱਥੇ ਨਿੱਠ ਕੇ ਜਾਗੇ ਤੇ ਗੱਲ ਖਤਮ। ਬਿਲਕੁਲ ਸਹੀ। ਜੱਜ ਦਾ ਵਿਚਾਰ। ਮੈਂ ਨਾ ਹੈਰਾਨ ਆ ਹਰਮਨ ਜੀ ਇਸ ਗੱਲ ਦੇ ਉੱਤੇ, ਮੰਤਰੀ ਦੇ ਵਿੱਚ ਵੀ ਫਰਕ ਹੁੰਦਾ ਉਹਦਾ। ਮੈਨੂੰ 3 ਵੱਡੀਆਂ ਸ਼ਖਸੀਅਤਾਂ ਦੇ ਬਿਆਨ ਅੱਜ ਚੇਤੇ ਆ ਰਹੇ ਆ। ਸਤਿਆਪਾਲ ਮਲਿਕ ਆ ਜਿਹੜੇ, ਇਹ ਹੈਗੇ ਮੇਘਾਲਿਆ ਦੇ ਰਾਜਪਾਲ, ਉਹਨਾਂ ਨੇ ਜਿਹੜੀਆਂ ਸਿੱਧੀਆਂ ਤੇ ਸਾਫ਼ ਤੇ ਸਪਸ਼ਟ ਗੱਲਾਂ ਕਹੀਆਂ, ਮੈਂ ਤਾਂ ਕਮਾਲ ਸਮਝਦਾ ਇਸ ਗੱਲ ਨੂੰ। ਪਰ ਮੈਂ ਉਡੀਕ ਰਿਹਾ ਵੀ ਹੁਣ ਕੌਣ ਉੱਠ ਕੇ ਕਹੂਗਾ ਜੀ ਇਹਨਾਂ ਨੂੰ ਪਾਕਿਸਤਾਨ ਨੇ ਫੰਡਿੰਗ ਕੀਤੀ ਆ। ਮੈਂ ਸੋਚ ਰਿਹਾ ਵੀ ਇਹਨਾਂ ਨੂੰ ਕਿਹਾ ਜਾਊਗਾ ਹੁਣ ਵੀ ਭਾਈ ਇਹ ਤਾਂ ਬਾਹਰਲੇ ਲੋਕਾਂ ਦੇ ਵੱਲੋਂ ਨਾ
ਗੁੰਮਰਾਹ ਕੀਤੇ ਗਏ ਆ। ਇਹ ਰਾਜਪਾਲ ਆ ਨਾ ਜਿਹੜੇ ਇਹ ਵਿਰੋਧੀ ਧਿਰਾਂ ਦੇ ਤੇ ਵਿਰੋਧੀਆਂ ਦੀਆਂ ਚਾਲਾਂ ਦੇ ਵਿੱਚ ਆ ਕੇ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਬੋਲੇ ਆ। ਕਿਉਂਕਿ ਸਤਿਆਪਾਲ ਮਲਿਕ ਨੇ ਗੱਲ ਕਹੀ ਹੈ ਵੀ ਪਹਿਲੀ ਗੱਲ ਤਾਂ ਅੰਦੋਲਨ ਦੇ ਵਿੱਚੋਂ ਕਿਸਾਨ ਉੱਠਦੇ ਹੀ ਨਹੀਂ, ਤੇ ਜੇ ਕਿਤੇ ਉੱਠ ਖੜੇ ਤਾਂ ਮੈਂ ਸਰਦਾਰਾਂ ਨੂੰ ਚੰਗੀ ਤਰ੍ਹਾਂ ਜਾਣਦਾ, ਇਹ 300 ਸਾਲ ਤੱਕ ਗੱਲ ਭੁੱਲਦੇ ਹੀ ਨਹੀਂ। ਇਸ ਕਰਕੇ ਕੇਂਦਰ ਦੀ ਸਰਕਾਰ ਨੂੰ ਲਿਖਤੀ ਤੌਰ ਦੇ ਉੱਤੇ MSP ਦੀ ਗਰੰਟੀ ਦੇਣ ਦੇ ਲਈ ਪ੍ਰਬੰਧ ਕਰਨਾ ਚਾਹੀਦਾ। ਕਿਸਾਨਾਂ ਦੇ ਉੱਤੇ ਕੋਈ ਜ਼ਬਰ ਨਹੀਂ ਹੋਣਾ ਚਾਹੀਦਾ, ਤੇ ਨਹੀਂ ਤਾਂ ਨਤੀਜੇ ਮਾੜੇ ਨਿਕਲ ਸਕਦੇ ਆ। ਤੇ ਹੁਣ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਰਾਕੇਸ਼ ਟਕੈਤ ਹੋਰਾਂ ਦੀ ਗ੍ਰਿਫਤਾਰੀ ਮੇਰੇ ਫੋਨ ਦੇ ਉੱਤੇ ਰੋਕੀ ਗਈ ਸੀ। ਪਤਾ ਨਹੀਂ ਉਹਨਾਂ ਦੇ ਇਸ ਦਾਅਵੇ ਦੇ ਵਿੱਚ ਕਿੰਨਾ ਕੁ ਵੱਡੇ ਪੱਧਰ ਤੇ ਦਮ ਹੈਗਾ, ਪਰ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਕਿਸਾਨਾਂ ਦੇ ਬਾਰੇ ਇਹ ਬਾਕਮਾਲ ਹੈਗੀਆਂ। ਪਰ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਸਰਦਾਰਾਂ ਦੀ ਵੀ ਅਸੀਂ ਕਦਰ ਕਰਦੇ ਹਾਂ, ਅਸੀਂ ਉਹਨਾਂ ਸਾਰੇ ਹਿੰਦੂ ਮੁਸਲਮਾਨ ਭਰਾਵਾਂ ਦੀ ਵੀ ਇੱਜ਼ਤ ਕਰਦੇ ਸਤਿਕਾਰ ਕਰਦੇ ਹਾਂ ਜਿਹੜੇ ਕਿ ਨਿੱਠ ਕੇ ਇਸ ਵਕਤ ਮੈਦਾਨ ਦੇ ਵਿੱਚ ਡਟੇ ਹੋਏ ਆ, ਜਿਨ੍ਹਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀਗੀ। ਜੀ ਤੇ ਸਤਿਆਪਾਲ ਮਲਿਕ ਹੋਰਾਂ ਦੇ ਬਾਰੇ ਚ ਵਾਕਈ ਅਸੀਂ ਉਡੀਕ ਰਹੇ ਹਾਂ ਵੀ ਕਦੋਂ ਉਹਨਾਂ ਦੇ ਖਿਲਾਫ ਬਿਆਨਬਾਜ਼ੀ ਜਿਹੜੀ ਆ ਭਾਜਪਾ ਕਰਨੀ ਸ਼ੁਰੂ ਕਰੂਗੀ, ਕਿਉਂਕਿ ਜਦੋਂ ਕੋਈ ਵੀ ਬੰਦਾ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਦਾ ਨਾ ਤੇ ਉਹਨੂੰ ਫੱਟ ਇਹ ਲੋਕ ਦੇਸ਼ ਧਰੋਹੀ ਹੋਣ ਦਾ ਇੱਕ ਸਰਟੀਫਿਕੇਟ ਦੇ ਦਿੰਦੇ ਨੇ, ਪ੍ਰਮਾਣ ਪੱਤਰ ਦੇ ਦਿੰਦੇ ਨੇ, ਜਾਂ ਫਿਰ ਇਹ ਗੱਲਾਂ ਜਿਹੜੀਆਂ ਰਟੀਆਂ ਰਟਾਈਆਂ ਨੇ ਵੀ ਫੰਡਿੰਗ ਹੋਈ ਹੈ, ਇਹਨਾਂ ਦੇ ਤਾਰ ਵੱਖਵਾਦੀਆਂ ਨਾਲ ਜੁੜੇ ਹੋਏ ਹਨ, ਇਹ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਏ ਹਨ, ਇਹ ਨਕਸਲਵਾਦੀ ਹਨ, ਇਹਨਾਂ ਨੂੰ ਜਿਹੜੇ ਬਾਹਰੋਂ ਲੋਕ ਨੇ ਉਹ ਆਪਣੇ ਇਸ਼ਾਰਿਆਂ ਤੇ ਨਚਾ ਰਹੇ ਨੇ, ਇਹ ਸਾਰੀਆਂ ਗੱਲਾਂ ਇਹਨਾਂ ਵੱਲੋਂ ਕਹੀਆਂ ਜਾਂਦੀਆਂ ਨੇ। ਸੋ ਹਾਲੇ ਫਿਲਹਾਲ ਸ਼ਾਂਤੀ ਬਰਕਰਾਰ ਹੈ, ਉਹਨਾਂ ਦੇ ਬਾਰੇ ਚ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਸ਼ਖਸੀਅਤ ਦੀ ਗੱਲ ਕਰਨਾ ਉਹ ਹੈਗੇ ਰਾਜਨਾਥ ਸਿੰਘ। ਰਾਜਨਾਥ ਸਿੰਘ ਹੋਰਾਂ ਨੇ ਬੜਾ ਸਾਫ਼ ਤੇ ਸਪਸ਼ਟ ਇੱਕ ਬਿਆਨ ਦਿੱਤਾ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਸਿੱਖ ਭਾਈਚਾਰੇ ਦੀ ਬੜੇ ਸਤਿਕਾਰ ਦੀ ਗੱਲ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਆਜ਼ਾਦੀ ਦੇ ਸੰਗਰਾਮ ਤੋਂ ਲੈ ਕੇ ਬਾਕੀ ਵੱਖ-ਵੱਖ ਅੰਦੋਲਨਾਂ ਦੇ ਵਿੱਚ ਸਿੱਖ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਹੈ। ਮੈਨੂੰ ਕਦੇ-ਕਦੇ ਇਹ ਲੱਗਦਾ ਵੀ ਜੇਕਰ ਮੀਟਿੰਗਾਂ ਦੇ ਵਿੱਚ ਰਾਜਨਾਥ ਸਿੰਘ ਨੂੰ ਸੱਦਿਆ ਜਾਂਦਾ ਤਾਂ ਹੁਣ ਤੱਕ ਸ਼ਾਇਦ ਮਸਲੇ ਦਾ ਹੱਲ ਹੋ ਜਾਂਦਾ, ਕਿਉਂਕਿ ਰਾਜਨਾਥ ਸਿੰਘ ਦੀ ਸੋਚ ਉਵੇਂ ਨਹੀਂ ਜਿਵੇਂ ਕਿ ਕਈ ਹੋਰ ਮੰਤਰੀਆਂ ਦੀ ਆ। ਭਾਜਪਾ ਦੇ ਵਿੱਚ ਵੀ ਕਈ ਕਿਸਮ ਦੇ ਬੰਦੇ, ਜਿਵੇਂ ਕਿ ਹਰ ਥਾਂ ਦੇ ਉੱਤੇ ਕਈ ਕਿਸਮ ਦੇ ਲੋਕ ਹੁੰਦੇ ਆ। ਉਹਨਾਂ ਨੇ ਕਿਹਾ ਜੀ ਕਿ ਇਸ ਵਕਤ ਜਿਹੜੀ ਖੜੋਤ ਬਣੀ ਹੋਈ ਹੈ ਨਾ, ਇਸ ਖੜੋਤ ਨੂੰ ਤੋੜਨ ਦੀ ਲੋੜ ਆ, ਸੰਵਾਦ ਨੂੰ ਅੱਗੇ ਵਧਾਉਣ ਦੀ ਲੋੜ ਆ, ਮਿਲ ਬੈਠ ਕੇ ਮਸਲੇ ਹੱਲ ਹੁੰਦੇ ਆ। ਤੇ ਕੇਂਦਰ ਦੀ ਸਰਕਾਰ ਨੂੰ ਵੀ ਇਹ ਚਾਹੀਦਾ ਕਿ ਗੱਲਬਾਤ ਜਾਰੀ ਰੱਖੀ ਜਾਵੇ। ਅਸੀਂ ਵੀ ਇਹ ਚਾਹੁੰਦੇ ਤੇ ਸਮੁੱਚੇ ਕਿਸਾਨ ਵੀ। ਪਰ ਹੁਣ ਗੱਲ ਕਰ ਲਓ ਨਰਿੰਦਰ ਸਿੰਘ ਤੋਮਰ ਹੋਰਾਂ ਦੀ। ਉਹ ਗਏ ਜੀ ਮੱਧ ਪ੍ਰਦੇਸ਼ ਦੇ ਖੇਤਰ ਦੇ ਵਿੱਚ। ਪੱਤਰਕਾਰ ਨੇ ਸਵਾਲ ਕੀਤਾ ਵੀ ਕਿਸਾਨਾਂ ਨੇ ਤਾਂ ਰੇਲ ਬਣਾਈ ਪਈ ਆ ਭਾਜਪਾ ਦੀ ਪੱਛਮੀ ਬੰਗਾਲ ਦੇ ਵਿੱਚ। ਉਹ ਕਹਿੰਦੇ ਕਿਹੜੀ ਰੇਲ, ਕੋਈ ਰੇਲ ਰਾਲ ਨਹੀਂ ਗੀ, ਆਪਦੇ ਮਸਲੇ ਨਾਲ ਤੋਂ ਹੱਲ ਨਹੀਂ ਹੁੰਦੇਗੇ ਤੇ ਹੋਰ ਥਾਵਾਂ ਦੇ ਉੱਤੇ ਜਾ ਕੇ ਮਸਲੇ ਹੱਲ ਕਰਨ ਨੂੰ ਫਿਰਦੇ ਆ। ਜਿਵੇਂ ਆਪਾਂ ਕਹਿੰਦੇ ਹੁੰਦੇ ਨਾ ਵੀ ਕੰਧਾਂ ਦੇ ਵਿੱਚ ਟੱਕਰਾਂ ਕਿਹੜੀ ਗੱਲੋਂ ਮਾਰੀ ਜਾਂਦਾ, ਕਹਿੰਦੇ ਵੀ ਐਵੇਂ ਪੱਥਰਾਂ ਦੇ ਵਿੱਚ ਮੱਥਾ ਮਾਰਦੇ ਫਿਰਦੇ ਆ। ਗੱਲਬਾਤ ਦੇ ਨਾਲ ਹੀ ਮਸਲਾ ਹੱਲ ਹੋਣਾ। ਤੇ ਜਨਾਬ ਜੀ ਗੱਲਬਾਤ ਉਹ ਕਰਨੀ ਚਾਹੁੰਦੇ ਆ, ਤੁਸੀਂ ਸਮਾਂ ਨਹੀਂ ਦਿੰਦੇ। ਇਹ ਤਾਂ ਪ੍ਰਧਾਨ ਮੰਤਰੀ ਸਾਹਿਬ ਦੇ ਕੋਲੋਂ ਫੋਨ ਨੰਬਰ ਨਹੀਂ ਡਾਇਲ ਹੋਇਆ, ਉਹ ਕਹਿੰਦੇ ਸੀ ਮੇਰੇ ਤੇ ਕਿਸਾਨਾਂ ਦਰਮਿਆਨ ਇੱਕ ਫੋਨ ਕਾਲ ਦੀ ਦੂਰੀ ਹੈ। ਜੀ ਪਰ ਇੱਕ ਸਵਾਲ ਹੋਰ ਸੀ ਟਾਣਾ ਸਾਹਿਬ, ਇਹ ਪੱਥਰ ਕਿਹਨੂੰ ਕਹਿ ਰਹੇ ਨੇ? ਆਪਣੇ ਬਿਆਨ ਦੇ ਵਿੱਚ ਸਪਸ਼ਟ ਕਰਨ, ਇਹ ਕਹਿੰਦੇ ਕਿਸਾਨ ਜਿਹੜੇ ਨੇ, ਕਿਸਾਨ ਆਗੂ ਨੇ, ਉਹ ਪੱਛਮੀ ਬੰਗਾਲ ਦੇ ਵਿੱਚ ਗਏ ਨੇ ਲੋਕਾਂ ਨੂੰ ਇਹ ਕਹਿਣ ਦੇ ਲਈ ਕਿ ਤੁਸੀਂ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾਓ ਪਰ ਭਾਜਪਾ ਨੂੰ ਵੋਟ ਨਾ ਦਿਓ, ਕਿਉਂਕਿ ਉਹਨਾਂ ਨੇ ਕਿਸਾਨਾਂ ਨਾਲ ਜੋ ਕੀਤਾ ਉਹ ਤੁਹਾਡੇ ਸਾਹਮਣੇ ਹੈ। ਤੇ ਫਿਰ ਇਹ ਪੱਥਰ ਕਿਹਨੂੰ ਕਹਿ ਰਹੇ ਨੇ? ਨਹੀਂ ਤੁਸੀਂ ਵਿਚਲੀ ਗੱਲ ਹੋਰ ਨਹੀਂ ਸਮਝੇ। ਉਹ ਕਹਿੰਦੇ ਵੀ ਇਹ ਤਾਂ ਜਾ ਕੇ ਐਵੇਂ ਪੱਥਰ ਦੇ ਵਿੱਚ ਸਿਰ ਮਾਰੀ ਜਾਂਦੇ ਆ। ਉਹਨਾਂ ਨੇ ਇਹ ਥੋੜੀ ਕਿਹਾ ਵੀ ਕਿਹਦਾ ਸਿਰ ਮਾਰੀ ਜਾਂਦੇ ਆ। ਅੱਛਾ ਜੀ, ਕਈ ਗੱਲਾਂ ਹੁੰਦੀਆਂ ਜੀ, ਪਰ ਗੱਲ ਇਹ ਹੈ ਵੀ ਸੰਵਾਦ ਦੀ ਗੱਲ ਇਹ ਕਰਦੇ ਨੇ, ਆਪਣੇ ਮਸਲੇ ਕਹਿੰਦੇ ਹੱਲ ਨਹੀਂ ਹੁੰਦੇ। ਉਹਨਾਂ ਦਾ ਤਾਂ ਮਸਲਾ ਹੱਲ ਹੈ, ਉਹ ਕਹਿੰਦੇ ਸਾਨੂੰ ਖੇਤੀ ਕਾਨੂੰਨ ਨਹੀਂ ਚਾਹੀਦੇ। ਮਸਲਾ ਤਾਂ ਤੁਹਾਡਾ ਖੜਾ ਹੈ, ਤੁਸੀਂ ਵਾਰ-ਵਾਰ ਇਹ ਜਤਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਨਹੀਂ ਫਾਇਦੇਮੰਦ ਹੈ, ਫਾਇਦੇਮੰਦ ਹੈ, ਫਾਇਦੇਮੰਦ ਹੈ, ਆਮਦਨ ਦੁੱਗਣੀ ਹੋਏਗੀ, ਅਸੀਂ ਕਰਕੇ ਰਹਾਂਗੇ। ਮਸਲੇ ਤਾਂ ਤੁਹਾਡੇ ਉਲਝੇ ਹੋਏ ਨੇ, ਕਿਸਾਨ ਤਾਂ ਆਪਣੀ ਗੱਲ ਤੇ ਸਪਸ਼ਟ ਖੜੇ ਨੇ। ਮੈਂ ਤਾਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਬੰਦੇ ਨੂੰ ਸ਼ਬਦਾਂ ਦੀ ਮਰਿਆਦਾ ਦਾ ਵੀ ਨਹੀਂ ਪਤਾ। ਅਸੀਂ ਕਿਸੇ ਬੀਬੀ ਨੂੰ ਇੱਕ ਵਾਰੀ ਭੈਣ ਕਹਿ ਦਈਏ ਨਾ, ਦੀਦੀ ਕਹਿ ਦਈਏ, ਉਹਦੇ ਤਾਂ ਆਪਦੇ ਮੂੰਹ ਦੇ ਵਿੱਚੋਂ ਕਦੇ ਗਲਤ ਸ਼ਬਦ ਕੱਢ ਹੀ ਨਹੀਂ ਸਕਦੇ। ਆਪ ਵੀ ਨਹੀਂ ਕੱਢਦੇ, ਕਿਸੇ ਨੂੰ ਵੀ ਨਹੀਂ ਕੱਢਣ ਦਿੰਦੇ। ਜਿਹਨੂੰ ਅਸੀਂ ਦੀਦੀ ਕਹਿ ਦਈਏ ਦਿਲੀ ਤੌਰ ਦੇ ਉੱਤੇ। ਤੇ ਅਮਿਤ ਸ਼ਾਹ ਜੀ ਆ ਜਿਹੜੇ, ਜਾਂ ਹੋਰ ਜਿੰਨੇ ਵੀ ਨੇਤਾ ਹੈਗੇ ਬੀਜੇਪੀ ਦੇ, ਉਹ ਨਾਲੇ ਤਾਂ ਕਹਿੰਦੇ ਵੀ ਡਰਾਮੇ ਕਰਦੀ ਆ, ਐਤਕੀ ਕੱਖ ਨਹੀਂ ਬਣਨਾ। ਇਹ ਦੀਦੀ ਤਾਂ ਪਖੰਡ ਕਰਦੀ ਆ। ਉਹ ਭਾਈ ਦੀਦੀ ਕਹਿੰਦੇ ਹੋ, ਦੀਦੀ ਦੀ ਮਾੜੀ ਮੋਟੀ ਲਾਜ ਰੱਖ ਲਓ, ਇਹ ਸ਼ਬਦ ਦੀ ਰੱਖ ਲਓ। ਉਹਦਾ ਤੁਸੀਂ ਭਾਬੀ ਵਾਂਗੂ ਟਿਚਰਾਂ ਕਰਦੇ ਹੋ, ਪਰ ਵੱਡੀ ਭਾਬੀ ਵੀ ਮਾਂ ਵਰਗੀ ਹੁੰਦੀ ਆ, ਉਹਨੂੰ ਵੀ ਨਹੀਂ ਐ ਕਰਨਾ ਚਾਹੀਦਾ। ਇਸ ਕਰਕੇ ਦੀਦੀ ਵੀ ਕਰੀ ਜਾਂਦੇ ਆ ਤੇ ਟਿਚਰਾਂ ਵੀ ਕਰਦੇ ਹੋ ਤੇ ਕਹਿੰਦੇ ਵੀ ਦੀਦੀ ਦੀ ਅਸੀਂ ਪਿੱਠ ਲਵਾ ਦੇਣੀ ਆ। ਆਪਦੀ ਦੀਦੀ ਦੀ ਪਿੱਠ ਥੋੜੀ ਲਵਾਈ ਦੀ ਆ। ਬਿਲਕੁਲ, ਰਿਸ਼ਤਿਆਂ ਦੀ ਕਦਰ ਕਰਨੀ ਸਿੱਖੋ। ਇਹ ਹਰੇਕ ਨੂੰ ਕਰਨੀ ਚਾਹੀਦੀ ਹੈ, ਮੈਨੂੰ ਵੀ, ਤੁਹਾਨੂੰ ਵੀ, ਤੇ ਹਰੇਕ ਨੂੰ ਰਿਸ਼ਤੇ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ। ਸੋ ਬਾਕੀ ਗੱਲ ਇਹ ਹੈ ਟਾਣਾ ਸਾਹਿਬ ਕਿ ਇਸ ਵੇਲੇ ਇਹ ਜਿੰਨੀ ਵੀ ਚਰਚਾ ਹੋ ਰਹੀ ਹੈ ਹਨਾ, ਇਹਦੇ ਵਿੱਚ ਹਰ ਕੋਈ ਇਹੀ ਕਹਿ ਰਿਹਾ ਹੈ ਕਿ ਸਰਕਾਰ ਜਿਹੜੀ ਹੈ ਉਹਨੇ ਆਪਣੀ ਧੌਣ ਦੇ ਵਿੱਚ ਕੀਲਾ ਗੱਡਿਆ ਹੋਇਆ ਹੈ ਤੇ ਸਰਕਾਰ ਟਸ ਤੋਂ ਮਸ ਹੋ ਕੇ ਰਾਜ਼ੀ ਨਹੀਂ ਹੈ। ਪਰ ਗੱਲ ਇਹ ਹੈ ਕਿ ਜਿਹੜੇ ਲੋਕ ਉੱਥੇ ਬੈਠੇ ਨੇ, ਜਿਹੜੇ ਕਿਸਾਨ ਆਪਣੇ ਹੱਕਾਂ ਦੀ ਖਾਤਰ ਇਸ ਵੇਲੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਸਾਡੀਆਂ ਸਰਕਾਰਾਂ ਪਤਾ ਨਹੀਂ ਕਿਉਂ ਸ਼ਾਇਦ ਉਹਨਾਂ ਨੂੰ ਇਹ ਸਮਝਣ ਲੱਗ ਗਿਆ ਵੀ ਇਹ ਕਿਸੇ ਹੋਰ ਗ੍ਰਹਿ ਤੋਂ ਆਏ ਨੇ ਜਾਂ ਕਿਸੇ ਹੋਰ ਮੁਲਕ ਤੋਂ ਆਏ ਨੇ। ਉਹ ਭਲਿਓ ਲੋਕੋ, ਇਹ ਤੁਹਾਡੇ ਹੀ ਲੋਕ ਨੇ, ਤੁਹਾਡੇ ਮੁਲਕ ਦੇ ਬਾਸ਼ਿੰਦੇ ਨੇ, ਇਹ ਤੁਹਾਡੇ ਹੀ ਆਪਣੇ ਲੋਕ ਨੇ ਜਿਨ੍ਹਾਂ ਨੇ ਵੋਟਾਂ ਤੁਹਾਨੂੰ ਪਾਈਆਂ ਸੀ। ਤੇ ਜੇ ਤੁਸੀਂ ਉਹਨਾਂ ਬਾਰੇ ਨਹੀਂ ਸੋਚ ਸਕਦੇ ਤਾਂ ਕਿਹਦੇ ਬਾਰੇ ਸੋਚੋਗੇ? ਬਿਲਕੁਲ ਸਹੀ। ਜੱਜ ਦਾ ਵਿਚਾਰ।
ਹਰਮਨ ਜੀ ਗੱਲ ਬੜੀ ਸਾਫ਼ ਤੇ ਸਪਸ਼ਟ ਆ। ਜੀ। ਐਵੇਂ ਤੁਰੇ ਫਿਰਨ ਦਾ ਫਾਇਦਾ ਕੋਈ ਨਹੀਂ। ਪੱਛਮੀ ਬੰਗਾਲ ਜਿੱਤ ਲਿਆ ਸੀ, ਨਹੀਂ ਹੁੰਦੇ ਕਾਨੂੰਨ ਰੱਦ। ਯਾਰ ਦੱਸੋ ਕੀ ਕਰੀਏ? ਟਾਣਾ ਨਹੀਂ ਸਾਹਿਬ ਹੋਣੇ। ਤੁਹਾਡੇ ਅੰਦਰ ਕਿਹਦੀ ਰੂਹ ਆ ਗਈ ਹੈ? ਹਰਜੀਤ ਗਰੇਵਾਲ ਦੀ ਤਾਂ ਬਿਲਕੁਲ ਨਹੀਂ ਆਈ। ਮੈਨੂੰ ਤਾਂ ਤੁਹਾਡੀਆਂ ਗੱਲਾਂ ਤੋਂ ਇਹੀ ਲੱਗ ਰਿਹਾ ਹੈ। ਮੈਂ ਤਾਂ ਹੈਰਾਨ ਆ, ਇਹ ਸ਼ਬਦ ਵਰਤਦਾ ਕੋਈ ਕਿਵੇਂ ਆ? ਜੀ। ਇਹਨਾਂ ਗੱਲਾਂ ਦੇ ਕਰਕੇ ਸਥਾਨਕ ਸਰਕਾਰਾਂ ਚੋਣਾਂ ਦੇ ਵਿੱਚ ਅਪਾਰ ਸਫਲਤਾ ਮਿਲੀ ਆ, ਪਰ ਇਸ ਦੇ ਬਾਵਜੂਦ ਆਪਾਂ ਉਹਨਾਂ ਸ਼ਬਦਾਂ ਦੀ ਵਰਤੋਂ ਫੇਰ ਕਰੀ ਜਾਂਦੇ ਆ। ਪੱਤਰਕਾਰ ਨੇ ਹਰਜੀਤ ਸਿੰਘ ਗਰੇਵਾਲ ਹੋਰਾਂ ਨੂੰ ਸਵਾਲ ਕੀਤਾ ਵੀ ਕੀ ਕਹਿਣਾ ਚਾਹੋਗੇ ਖੇਤੀ ਕਾਨੂੰਨ? ਕਹਿੰਦਾ ਖੇਤੀ ਕਾਨੂੰਨ 'ਚ ਹੈ ਕੀ ਯਾਰ? ਪਹਿਲਾਂ ਤਾਂ ਮੈਨੂੰ ਦੱਸੋ। ਮਸਲਾ ਤਾਂ ਹੱਲ ਆ ਸਾਰਾ, ਕੋਈ ਰੌਲਾ ਹੀ ਨਹੀਂਗਾ। ਐਵੇਂ ਉੱਥੇ ਬੈਠੇ ਆ, ਆਪਦਾ ਘਰੇ ਆਉਣ, ਆਪਦਾ ਕੰਮ ਕਰਨ। ਆ ਪੱਛਮੀ ਬੰਗਾਲ ਯਾਰ ਸਾਡੀ ਸਰਕਾਰ ਬਣੀ ਪਈ ਉੱਥੇ ਯਾਰ। ਅੱਛਾ, ਗੱਲ ਹੀ ਹੈ ਨਹੀਂ ਕੋਈ। ਅੱਛਾ, ਫਿਰ ਵੋਟਾਂ ਕਿਉਂ ਕਰਵਾ ਰਹੇ ਆ? ਉਹ ਕਈ ਗੱਲਾਂ ਹੁੰਦੀਆਂ। ਅੱਛਾ, ਨਹੀਂ ਇਦਾਂ ਦੀ ਗੱਲ ਕੋਈ। ਨਹੀਂ ਪਰ ਮਤਲਬ ਕੁਝ ਕੁ ਬੰਦੇ ਜਿਹੜੇ ਉਹ ਠੀਕ ਹੈ ਤੇ ਲੱਖਾਂ ਬੰਦੇ ਜਿਹੜੇ ਉੱਥੇ ਬੈਠੇ ਉਹ ਗਲਤ ਨੇ। ਹਾਂ ਬਿਲਕੁਲ। ਓਕੇ, ਤੇ ਨਹੀਂ ਮਤਲਬ ਇੰਨੀ ਸਪਸ਼ਟਤਾ ਜੇ ਹੈਗੀ ਹੈ, ਜੇ ਤੁਸੀਂ ਇੰਨੇ ਸਪਸ਼ਟ ਤਰੀਕੇ ਨਾਲ ਪੱਤਰਕਾਰਾਂ ਮੂਹਰੇ ਕਹਿ ਸਕਦੇ ਹੋ ਵੀ ਨਹੀਂ ਰੱਦ ਹੋਣੇ ਆ, ਅਸੀਂ ਜਿੱਤੇ ਪਏ ਆ, ਤੇ ਕਿਸਾਨਾਂ ਕੋਲ ਜਾ ਕੇ ਵੈਸੇ ਵੀ ਤਾਂ ਦਿੱਲੀ ਜਾਂਦੇ ਹੀ ਰਹਿੰਦੇ ਹੋ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ, ਉੱਥੇ ਬੈਠ ਕੇ ਸਪਸ਼ਟ ਕਰੋ। ਗੱਲ ਆ ਵੀ ਨਹੀਂ ਰੱਦ ਹੁੰਦੇ ਯਾਰ, ਇਹ ਕਾਨੂੰਨ ਤਾਂ ਨਹੀਂ ਰੱਦ ਹੋਣੇ। ਹੋਰ ਕੋਈ ਗੱਲ ਦੱਸੋ, ਅੱਛਾ, ਕੋਈ ਹੋਰ ਸੇਵਾ ਹੋਈ ਦੱਸਿਓ। ਇਹ ਨਹੀਂ ਹੁੰਦੇ। ਉਹ ਤਾਂ ਇਹ ਵੀ ਕਹਿੰਦੇ ਆ ਵੀ ਮੈਂ ਤਾਂ ਰੋਟੀ ਖਾਣ ਗਿਆ ਸੀ, ਖਾ ਕੇ ਆ ਗਿਆ, ਮੈਂ ਤਾਂ ਭੱਜਿਆ ਹੀ ਨਹੀਂ ਕਿਤੋਂ। ਬਸ ਐਂ ਹੀ ਹੁੰਦਾ ਫਿਰ। ਪਰ ਪੱਤਰਕਾਰ ਤਾਂ ਕਹਿੰਦੇ ਕੰਧ ਟੱਪ ਕੇ ਭੱਜੇ ਸੀ ਬਸ ਸ਼ਾਇਦ। ਐਂ ਹੀ ਹੁੰਦਾ। ਅੱਛਾ, ਫਿਰ ਸੱਚਾ ਕੌਣ? ਵੀ ਮੈਂ ਤਾਂ ਕਿਸਾਨ ਹੀ ਮੰਨੂਗਾ। ਨਹੀਂ, ਮੈਨੂੰ ਤਾਂ ਮੈਂ ਵੀ ਕਿਸਾਨ ਹਾਂ। ਹੀ, ਪਰ ਮੈਂ ਤਾਂ ਉਹਨਾਂ ਦੀਆਂ ਗੱਲਾਂ ਦੀ ਗੱਲ ਕਰ ਰਹੀ ਹਾਂ। ਟਾਣਾ ਸਾਹਿਬ ਹੈਰਾਨੀ ਇਸ ਕਰਕੇ ਹੁੰਦੀ ਆ ਵੀ ਆਪਾਂ ਹਾਲੇ ਵੀ ਇੰਨੀ ਬੇਪਰਵਾਹੀ ਤੇ ਲਾਪਰਵਾਹੀ ਨਾਲ ਉਤਰ ਦਿੰਨੇ ਆ। ਇਹ ਵੇਲਾ ਉਹ ਆ ਜਦੋਂ ਬੋਚ-ਬੋਚ ਕੇ ਸੰਭਲ ਕੇ ਇੱਕ-ਇੱਕ ਸ਼ਬਦ ਮੂੰਹ ਦੇ ਵਿੱਚੋਂ ਕੱਢਣਾ ਚਾਹੀਦਾ। ਜਿਸ ਤਰੀਕੇ ਨਾਲ ਘੇਰਾ ਹਰ ਥਾਂ ਤੇ ਕਈਆਂ ਨੂੰ ਪੈ ਰਿਹਾ ਆ। ਤੁਸੀਂ ਹਰਿਆਣੇ ਦੀ ਗੱਲ ਕਰ ਲਓ। ਹਰਿਆਣੇ ਦੇ ਵਿੱਚ ਹੁਣ ਵਿਧਾਨ ਸਭਾ ਦੇ ਅੰਦਰ ਨਿੰਦਾ ਪ੍ਰਸਤਾਵ ਲਿਆਂਦਾ ਗਿਆ, ਨਿੰਦਾ ਵਾਲਾ ਮਤਾ ਪੇਸ਼ ਕੀਤਾ ਗਿਆ। ਉਹਦੇ ਵਿੱਚ ਖੱਟੜ ਸਾਹਿਬ ਕਹਿੰਦੇ ਵੀ ਬਹੁਤ ਮਾੜੀ ਗੱਲ ਆ ਵੀ ਜਨ ਨਾਇਕ ਜਨਤਾ ਪਾਰਟੀ ਦੇ ਤੇ ਬਾਕੀ ਵਿਧਾਇਕਾਂ ਨੂੰ ਇਸ ਵਕਤ ਲੋਕ ਘੇਰ ਰਹੇ ਆ। ਸਮਾਜਿਕ ਬਾਈਕਾਟ ਦਾ ਐਲਾਨ ਕੀਤਾ, ਕੋਟਾਪਾ ਚੜ੍ਹਨ ਦੀਆਂ ਗੱਲਾਂ ਕਰਦੇ ਆ। ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆ। ਉਹ ਕਹਿੰਦੇ ਵੀ ਅਸੀਂ ਇੱਕ ਕਾਨੂੰਨ ਵੀ ਲੈ ਕੇ ਆਂਦਾ ਜਾਂ ਲੈ ਕੇ ਆਵਾਂਗੇ ਵੀ ਜਿਹੜਾ ਵੀ ਇੱਥੇ ਸਰਕਾਰੀ ਜਾਇਦਾਦ ਦੀ ਭੰਨਤੋੜ ਕਰੂਗਾ ਅੰਦੋਲਨਕਾਰੀ, ਉਹਦੇ ਕੋਲੋਂ ਭਰਪਾਈ ਹੋਊਗੀ। ਤੇ ਮੇਰੀ ਬੇਨਤੀ ਉਹਨਾਂ ਨੂੰ ਇੱਕ ਆ ਵੀ ਚਲੋ ਬਾਕੀ ਗੱਲਾਂ ਠੀਕ ਹੋਣ ਗਲਤ ਹੋਣ, ਸਭ ਦੀ ਆਪੋ ਆਪਣੀ ਰਾਏ ਆ। ਜਦੋਂ ਤੁਸੀਂ ਸੜਕਾਂ ਪੁੱਟਤੀਆਂ, ਹਾਈਵੇ ਪੁੱਟ ਤੇ ਤੁਸੀਂ ਬੈਰੀਕੇਡ ਲਾਤੇ, ਜਿਹੜਾ ਉਸ ਵੇਲੇ ਨੁਕਸਾਨ ਹੋਇਆ ਇਹਦੀ ਭਰਪਾਈ ਤੁਸੀਂ ਖੁਦ ਕਰੋਗੇ ਜਾਂ ਕੋਈ ਹੋਰ ਕਰੂਗਾ? ਪੰਚਕੂਲੇ ਦੇ ਵਿੱਚ ਆਪਾਂ ਜਾਣਦੇ ਵੀ ਜਦੋਂ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਈ ਗਈ ਸੀਗੀ ਅਦਾਲਤ ਦੇ ਵੱਲੋਂ, ਤੇ ਉਸ ਵਕਤ ਉੱਥੇ ਗੱਡੀਆਂ ਸੜੀਆਂ ਸੀਗੀਆਂ। ਉਹ ਗੱਡੀਆਂ ਸਾੜੀਆਂ ਕਿਹਨੇ ਸੀ? ਜਿਨ੍ਹਾਂ ਨੇ ਸਾੜੀਆਂ ਸੀ ਕੀ ਉਹਨਾਂ ਦੇ ਕੋਲੋਂ ਭਰਪਾਈ ਕਰਵਾਈ? ਜਿਨ੍ਹਾਂ ਦੀਆਂ ਇਮਾਰਤਾਂ ਨੂੰ ਅੱਗ ਲੱਗੀ ਕੀ ਉਦੋਂ ਭਰਪਾਈ ਕਰਵਾਈ? ਮਤਲਬ ਇਹ ਆ ਵੀ ਜਿਵੇਂ ਜੇ ਆਪਾਂ ਨੂੰ ਸੂਤ ਲੱਗਦਾ ਨਾ ਆਪਾਂ ਉਵੇਂ ਫਾਇਦਾ ਦੇਖਦੇ ਆ, ਨਹੀਂ ਤਾਂ ਆਪਾਂ ਨਿਰਪੱਖ ਹੁੰਦੇ ਜੇਕਰ ਤਾਂ ਐਡੇ ਵੱਡੇ ਮਸਲੇ ਨਹੀਂ ਸੀ ਖੜੇ ਹੋਣੇ। ਵੈਸੇ ਵੀ ਕਹਿੰਦੇ ਹੁੰਦੇ ਵੀ ਜਿਹੜਾ ਮੁਖੀ ਹੈ ਜੇਕਰ ਉਹ ਆਪ ਉਦਾਹਰਨ ਪੇਸ਼ ਕਰੇ ਤਾਂ ਲੋਕ ਉਹਦੇ ਮਗਰ ਚੱਲਦੇ ਨੇ, ਹਨਾ। ਖੱਟੜ ਸਾਹਿਬ ਜਾਂ ਤਾਂ ਕਹਿਣ ਕਿ ਮੈਂ ਆਪਣੀ ਜੇਬ ਦੇ ਵਿੱਚੋਂ ਜਿੰਨੀ ਵੀ ਮੈਨੂੰ ਤਨਖਾਹ ਮਿਲਦੀ ਹੈ ਉਹਦੇ ਵਿੱਚੋਂ ਜਿਹੜੇ ਹਾਈਵੇ ਮੈਂ ਪੁਟਾਏ ਸੀ ਉਹਦੀ ਭਰਪਾਈ ਕਰ ਰਿਹਾ, ਤੇ ਹੁਣ ਜੇ ਮੈਂ ਕਰ ਸਕਦਾ ਤਾਂ ਤੁਹਾਨੂੰ ਵੀ ਕਰਨੀ ਪਊਗੀ। ਫਿਰ ਤਾਂ ਗੱਲ ਜਿਹੜੀ ਸ਼ੋਭਦੀ ਵੀ ਆ ਉਹਨਾਂ ਦੇ ਮੂੰਹੋਂ ਵੀ, ਉਹ ਕਹਿ ਰਹੇ ਨੇ ਤੇ ਆਪ ਕਰਕੇ ਵੀ ਦਿਖਾ ਰਹੇ ਨੇ। ਆਪ ਤੁਸੀਂ ਪਹਿਲਾਂ ਪੱਟ ਤੇ ਹਨਾ ਸਾਰੇ ਹਾਈਵੇ, ਆਪ ਤੁਸੀਂ ਜਿਵੇਂ ਮਰਜ਼ੀ ਧੱਕਾ ਕਰ ਲਓ, ਉਹ ਸਾਰਾ ਕੁਝ ਚੱਲਦਾ ਹੈ। ਆਮ ਲੋਕ ਜੇ ਕਰ ਰਹੇ ਨੇ ਤਾਂ ਉੱਥੇ ਤੁਸੀਂ ਕਹਿੰਦੇ ਹੋ ਨਹੀਂ ਭਰਪਾਈ ਕਰਨੀ ਪਏਗੀ ਭਾਈ। ਮਤਲਬ ਹੱਦ ਹੁੰਦੀ ਆ ਕਿਸੇ ਚੀਜ਼ ਦੀ। ਪਹਿਲਾਂ ਆਪ ਵੀ ਤਾਂ ਕੁਝ ਕਰਕੇ ਦਿਖਾਓ ਨਾ, ਤੁਸੀਂ ਸਿਰਫ ਗੱਲਾਂ ਹੀ ਕਰ ਰਹੇ ਹੋ, ਹੋਰ ਕੁਝ ਨਹੀਂ। ਉਧਰ ਗੁਰਦਾਸਪੁਰ ਦੇ ਵਿੱਚ ਕਿਸਾਨ ਆ ਜਿਹੜੇ ਬਾਹਾਂ ਚੜਾਈ ਫਿਰਦੇ ਆ, ਪੱਟਾਂ ਦੇ ਉੱਤੇ ਥਾਪੀ ਮਾਰਦੇ, ਕਹਿੰਦੇ ਯਾਰਾ ਉਹ ਯਾਰਾ ਆ ਜਾ ਦੁਬਾਰਾ, ਕਹਿੰਦੇ ਸਨੀ ਦਿਓਲ ਨੂੰ ਭਜਾਉਣਾ। ਅੱਛਾ, ਹਾਂਜੀ, ਚਲੋ। ਉਹ ਕਹਿੰਦੇ ਵੀ ਉਹ ਨਹੀਂ ਇੱਥੇ ਵੜਿਆ। ਤੇ ਉਹਨਾਂ ਦੇ ਡੈਡੀ ਜੀ ਆ ਜਿਹੜੇ ਧਰਮਿੰਦਰ ਸਾਹਿਬ, ਉਹ ਵਾਰ-ਵਾਰ ਟਵੀਟ ਕਰਦੇ ਆ ਵੀ ਦੇਖੋ ਜਿਹੜੇ ਵੀ ਮੇਰੀ ਸ਼ੁਭ ਚਿੰਤਕ ਨਹੀਂ ਆ, ਜਿਹੜੇ ਵੀ ਮੇਰੇ ਖਿਲਾਫ ਬੋਲਦੇ ਆ, ਮੈਂ ਤਾਂ ਉਹਨਾਂ ਸਾਰਿਆਂ ਦੀ ਵੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ। ਤੇ ਉਧਰ ਬਾਰਡਰ ਦੇ ਉੱਤੇ ਬੈਠੇ ਹੋਏ ਕਿਸਾਨ ਇਹ ਗੱਲ ਕਹਿੰਦੇ ਆ ਵੀ ਸਨੀ ਦਿਓਲ ਇੱਕ ਵਾਰੀ ਇੱਥੇ ਆਵੇ, ਅਸੀਂ ਚਾਹੁੰਦੇ ਵੀ ਉਹਦਾ 2.5 ਕਿਲੋ ਦਾ ਹੱਥ ਤੋਲ ਕੇ ਵੇਖੀਏ। ਅਸੀਂ ਚਾਹੁੰਦੇ ਜੀ ਉਹਦੇ ਕੋਲੋਂ ਕੁਝ ਕੇ ਇਹੋ ਜਿਹਾ ਸੁਣ ਲਈਏ ਜਿਹਦੇ ਕਰਕੇ ਜੀਵਨ ਸਫਲਾ ਹੋ ਜਾਏ, ਜਾਂ ਤਾਂ ਉਹਦਾ ਕਰ ਦਿਆਂਗੇ ਜਾਂ ਫਿਰ ਸਾਡਾ ਉਹ ਕਰ ਜੂਗਾ। ਸੋ ਇਸ ਕਰਕੇ ਪੰਜੀ ਦਾ ਭੌਣ ਦਿਖਾਉਣ ਨੂੰ ਫਿਰਦੇ ਕਈ ਲੋਕ, ਸੋ ਆਉਂਦੇ ਹੀ ਨਹੀਂ। ਬਾਰਡਰ ਦੇ ਉੱਤੇ ਘੇਰਾ ਕਈਆਂ ਨੂੰ ਪੈ ਜਾਣਾ ਜੇਕਰ ਉਹ ਆ ਜਾਣ ਤਾਂ। ਦੇਖੋ ਗੱਲ ਇਹ ਹੈ ਵੀ ਇਹ ਇਕੱਲੇ ਇੱਕ ਦੀ ਗੱਲ ਨਹੀਂ ਹੈ, ਇਹ ਤਾਂ ਤੁਸੀਂ ਸਾਰੇ ਪਾਸੇ ਨਿਗਾਹ ਘੁਮਾ ਕੇ ਵੇਖ ਲਓ। ਹਰ ਕੋਈ ਆਪਣੀ ਸਿਆਸੀ ਰੋਟੀਆਂ ਬਣਾਉਣ ਦੇ ਵਿੱਚ ਲੱਗਿਆ ਹੋਇਆ ਹੈ। ਕਿੰਨੇ ਕੁ ਲੋਕ ਨਾਲ ਤੁਰੇ ਨੇ ਤੇ ਕਿੰਨੇ ਕੁ ਨਹੀਂ ਤੁਰੇ, ਇਹ ਸਾਨੂੰ ਸਾਰਿਆਂ ਨੂੰ ਯਾਦ ਰੱਖਣ ਦੀ ਲੋੜ ਹੈ ਕਿ ਚਲੋ ਅੱਜ ਨਹੀਂ ਆਉਂਦੇ, ਵੋਟਾਂ ਵੇਲੇ ਤਾਂ ਆਉਣਗੇ ਨਾ, ਉਦੋਂ ਫੇਰ ਆ ਕੇ ਹੱਥ ਜੋੜਨਗੇ ਨਾ, ਉਦੋਂ ਫੇਰ ਕਹਿਣਗੇ ਨਾ ਵੀ ਸਾਨੂੰ ਹੀ ਪਾਇਓ ਵੋਟ, ਉਦੋਂ ਇਹਨਾਂ ਨੂੰ ਸਵਾਲ ਜਵਾਬ ਕਰ ਲਿਓ। ਹਾਲੇ ਬਹੁਤਾ ਸਮਾਂ ਨਹੀਂ ਰਹਿ ਗਿਆ, ਸਮਾਂ ਜਿਹੜਾ ਉਹ ਆਪਣੀ ਰਫ਼ਤਾਰ ਨਾਲ ਭੱਜ ਰਿਹਾ। ਸਹੀ। ਜੱਜ ਦਾ ਵਿਚਾਰ। ਤੇ ਹੁਣ ਗੱਲ ਕਰਦੇ ਹਾਂ ਲਿਲੀ ਸਿੰਘ ਦੇ ਬਾਰੇ। ਇੱਕ ਮਿੰਟ ਆਣਾ ਸਾਹਿਬ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ। ਜਲਦੀ ਹੀ ਜਿਹੜੀ ਗੱਲ ਤੁਸੀਂ ਕਹੀ ਸੀ ਨਾ, ਮਤਲਬ ਮੇਘਾਲਿਆ ਦੇ ਜਿਹੜੇ ਰਾਜਪਾਲ ਨੇ ਉਹਨਾਂ ਦੇ ਲਈ ਤਾਂ ਹਾਲੇ ਤੱਕ ਉਹ ਬਿਆਨ ਨਹੀਂ ਆਇਆ, ਪਰ ਜਲਦੀ ਹੀ ਅਖਬਾਰਾਂ ਦੇ ਵਿੱਚ ਉਹ ਬਿਆਨ ਤੁਹਾਨੂੰ ਵੇਖਣ ਨੂੰ ਮਿਲੂਗਾ ਵੀ ਇੱਕ ਹੋਰ ਅੱਤਵਾਦੀ, ਇੱਕ ਹੋਰ ਵਿਦੇਸ਼ੀ ਫੰਡਿੰਗ ਵਾਲਾ ਬੰਦਾ, ਇੱਕ ਹੋਰ ਸ਼ਾਇਦ ਟੂਲ ਕਿਟ ਦਾ ਨਾਂ ਦੁਬਾਰਾ ਸਾਹਮਣੇ ਆ ਜਾਵੇ। ਇਦਾਂ ਦੀਆਂ ਗੱਲਾਂ ਫਿਰ ਤੋਂ ਹੋਣਗੀਆਂ ਕਿਉਂਕਿ ਲਿਲੀ ਸਿੰਘ ਨੇ ਮਾਸਕ ਪਾ ਲਿਆ ਨਾ, ਉੱਤੇ ਲਿਖਿਆ ਹੋਇਆ ਹੈ
ਲਿਲੀ ਸਿੰਘ ਹੈਗੀ ਹੈ ਬਈ ਯੂਟਿਊਬਰ ਜੀ, ਉਹ ਬਹੁਤ ਮਸ਼ਹੂਰ ਆ, ਉਹਦੇ ਬੜੇ ਫਾਲੋਅਰਸ ਆ, ਉਹਦੇ ਬਾਹਲੀ ਸਬਸਕ੍ਰਾਈਬਰ ਆ, ਵੀ ਉਹ ਕਮਾਲਾਂ ਹੀ ਕਰ ਦਿੰਦੀ ਆ। ਉਹ ਗਈ ਸੀ ਗ੍ਰੈਮੀ ਅਵਾਰਡ ਦੇ ਵਿੱਚ, ਲੈ ਵੀ ਰੈੱਡ ਕਾਰਪੇਟ ਦੇ ਉੱਤੇ ਉਹ ਜਾ ਰਹੀ ਆ, ਬਈ ਐ ਪੂਰੀ ਕਮਾਲ ਹੋਈ ਪਈ ਆ, ਬੰਬ ਬੁਲਾਤੇ ਉਹਨੇ ਉੱਥੇ ਜਾ ਕੇ। ਪਰ ਉਹਨੇ ਮੂੰਹ ਦੇ ਉੱਤੇ ਨਾ ਮਾਸਕ ਪਾਇਆ ਸੀਗਾ, ਕਾਲੇ ਰੰਗ ਦਾ ਮਾਸਕ ਕਢਾਈ ਵਾਲਾ, ਉਹਦੇ ਉੱਤੇ ਲਿਖਿਆ ਹੋਇਆ ਆਈ ਸਟੈਂਡ ਵਿਦ ਫਾਰਮਰਸ, ਵੀ ਮੈਂ ਤੇ ਅਸੀਂ ਕਿਸਾਨਾਂ ਦੇ ਨਾਲ ਖੜੇ ਆ। ਸੋ ਮੈਂ ਤਾਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਕਦੇ ਰਿਆਨਾ ਨੂੰ ਬੋਲਣਾ ਪੈਂਦਾ, ਕਦੇ ਗ੍ਰੇਟਾ ਥਨਬਰਗ ਨੂੰ ਬੋਲਣਾ ਪੈਂਦਾ, ਕਦੇ ਹੁਣ ਲਿਲੀ ਸਿੰਘ ਨੂੰ ਬੋਲਣਾ ਪੈਂਦਾ, ਤੇ ਇਹਨਾਂ ਦਾ ਸਤਿਕਾਰ ਹੋ ਰਿਹਾ ਤੇ ਇਹਨਾਂ ਦੇ ਉੱਤੇ ਗਾਣੇ ਪੇਸ਼ ਕੀਤੇ ਜਾ ਰਹੇ ਆ। ਕਿਸਾਨ ਆਗੂ ਤੇ ਵੱਖ-ਵੱਖ ਲੋਕ ਹੁਣ ਇਹਨਾਂ ਦੇ ਬਾਰੇ ਜਾਣ ਰਹੇ ਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹੋਏ ਮਸ਼ਹੂਰ ਲੋਕਾਂ ਨੂੰ ਤਾਂ ਭਾਰਤ ਦੇ ਕਿਸਾਨ ਅੰਦੋਲਨ ਦਾ ਪਤਾ, ਜਿਨ੍ਹਾਂ ਨੂੰ ਅਸੀਂ ਇੰਨੇ ਪੈਸੇ ਕਮਾ ਕੇ ਦਿੱਤੇ, ਜਿਨ੍ਹਾਂ ਦੀਆਂ ਫਿਲਮਾਂ ਚਲਾ ਕੇ ਅਸੀਂ ਉਹਨਾਂ ਦੇ ਘਰ ਭਰਤੇ, ਜਿਹੜੇ ਨਿੱਕੇ ਸਾਈਕਲਾਂ ਤੋਂ ਤੇ ਵੱਡੀਆਂ ਕਾਰਾਂ ਤੱਕ ਪਹੁੰਚ ਗਏ, ਜਿਹੜੇ ਨਿੱਕੇ ਘਰਾਂ ਤੋਂ ਵੱਡੇ ਬੰਗਲਿਆਂ ਤੱਕ ਪਹੁੰਚ ਗਏ, ਉਹਨਾਂ ਦੇ ਮੂੰਹ 'ਚ ਪੈ ਗਈਆਂ ਘੁੰਗੜੀਆਂ। ਉਹ ਇਸ ਵਕਤ ਬਿਲਕੁਲ ਘੁੰਨੇ ਜਿਹੇ ਬਣ ਕੇ ਬਹਿ ਗਏ। ਨਾ ਇੱਥੇ ਅਮਿਤਾਭ ਬੱਚਨ ਬੋਲਦਾ, ਨਾ ਅਕਸ਼ੇ ਕੁਮਾਰ ਬੋਲਦਾ, ਨਾ ਇੱਥੇ 2.5 ਕਿਲੋ ਦੇ ਹੱਥ ਵਾਲਾ ਬੋਲਦਾ, ਨਾ ਕੋਈ ਹੋਰ ਬੋਲਦੀ। ਜੇਕਰ ਬੋਲਦੀ ਤਾਂ ਬੋਲਦੀ ਪੁੱਠਾ ਸਿੱਧਾ ਜੀ। ਅਕਸ਼ੇ ਕੁਮਾਰ ਤਾਂ ਅੱਜਕੱਲ ਅੰਬਾਂ ਦੀ ਗੱਲ ਵੀ ਨਹੀਂ ਕਰ ਰਿਹਾ, ਪਤਾ ਨਹੀਂ ਕਿੱਥੇ ਗਵਾਚ ਗਿਆ। ਅੰਬਾਂ ਦਾ ਹੁਣ ਸੀਜ਼ਨ ਹੈ ਨਹੀਂ ਨਾ, ਅੱਜਕੱਲ ਚੀਕੂ ਦੀ ਗੱਲ ਕਰੂੰਗਾ ਕਿਉਂਕਿ ਚੀਕੂ ਚੱਲਦੇ ਆ। ਹੋ ਸਕਦਾ ਹੈ, ਪਰ ਗੱਲ ਇਹ ਹੈ ਟਾਣਾ ਸਾਹਿਬ ਕਿ ਇਹ ਵਿਦੇਸ਼ੀ ਧਰਤੀ ਦੇ ਉੱਪਰ ਜਿਸ ਤਰੀਕੇ ਦੇ ਨਾਲ ਇਸ ਕਿਸਾਨੀ ਸੰਘਰਸ਼ ਦੀ ਗੂੰਜ ਪਈ ਹੈ, ਜਿਸ ਤਰੀਕੇ ਨਾਲ ਉੱਥੇ ਵੀ ਗੱਲ ਹੋ ਰਹੀ ਹੈ, ਹੁਣ ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਚਲੋ ਇਹਨਾਂ ਨੂੰ ਕਿਸਾਨਾਂ ਨੂੰ ਤਾਂ ਤੁਸੀਂ ਕਹੀ ਜਾਂਦੇ ਹੋ ਵੀ ਇਹ ਭਟਕਾਏ ਹੋਏ ਨੇ, ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ, ਇਹ ਤਾਂ ਐਵੇਂ ਹੀ ਵਿਰੋਧ ਕਰੀ ਜਾਂਦੇ ਆ। ਜਿਹੜੇ ਵਿਦੇਸ਼ੀ ਨੇ ਉਹ ਤਾਂ ਮਤਲਬ ਜੇਕਰ ਤੁਸੀਂ ਕਿਸਾਨਾਂ ਨੂੰ ਅਨਪੜ੍ਹ ਸਮਝਦੇ ਹੋ ਤੇ ਜਿਹੜੇ ਵਿਦੇਸ਼ੀ ਨੇ ਉਹ ਤਾਂ ਵਾਵਾ ਪੜ੍ਹੇ ਲਿਖੇ ਨੇ, ਜੇ ਉਹਨਾਂ ਨੂੰ ਵੀ ਨਹੀਂ ਸਮਝ ਆ ਰਹੀ ਤੇ ਤਾਂ ਮਤਲਬ ਝੋਲਤਾ ਕਿਤੇ ਹੈ। ਜੇਕਰ ਉਹ ਵੀ ਕਿਸਾਨਾਂ ਦੀ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰੇ ਨੇ, ਇਹਦਾ ਮਤਲਬ ਝੋਲਤਾ ਕਿਤੇ ਹੈ। ਉਹ ਲਿਲੀ ਨੇ ਇੱਕ ਗੱਲ ਹੋਰ ਕਮਾਲ ਦੀ ਕਹੀ ਆ, ਉਹ ਕਹਿੰਦੀ ਵੀ ਅਸਲ ਦੇ ਵਿੱਚ ਨਾ ਇਹ ਮੈਂ ਕਿਉਂ ਮਾਸਕ ਪਾਇਆ ਤੇ ਕਿਉਂ ਅੱਜ ਹੀ ਇਸ ਗੱਲ ਦਾ ਪ੍ਰਦਰਸ਼ਨ ਕੀਤਾ, ਕਿਉਂਕਿ ਜਦੋਂ ਰੈੱਡ ਕਾਰਪੇਟ ਦੇ ਉੱਤੇ ਕੋਈ ਕਲਾਕਾਰ, ਕੋਈ ਵੱਡੀ ਸ਼ਖਸੀਅਤ ਤੁਰਦੀ ਹੈ ਨਾ, ਤਾਂ ਫੋਟੋਆਂ ਬੜੀਆਂ ਖਿੱਚੀਆਂ ਜਾਂਦੀਆਂ, ਵੀਡੀਓ ਬੜੀਆਂ ਬਣਦੀਆਂ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਸ ਮੀਡੀਆ ਦੇ ਵਿੱਚ ਚਰਚਾ ਹੁੰਦੀ ਆ। ਸੋ ਇਸ ਕਰਕੇ ਮੈਂ ਇੱਥੇ ਪਾਇਆ ਵੀ ਵੱਧ ਤੋਂ ਵੱਧ ਮੇਰੀਆਂ ਇਹੀ ਫੋਟੋਆਂ ਖਿੱਚੀਆਂ ਜਾਣ, ਰੈੱਡ ਕਾਰਪੇਟ ਦੇ ਉੱਤੇ ਜਾਂਦੀ ਰਹੀਆਂ। ਜੇਕਰ ਇਹ ਫੋਟੋਆਂ ਖਿੱਚੀਆਂ ਜਾਣਗੀਆਂ ਤਾਂ ਕਿਸਾਨੀ ਦਾ ਮੁੱਦਾ ਦੁਨੀਆ ਦੇ ਵਿੱਚ ਗੂੰਜੂਗਾ ਜੀ। ਪਰ ਮੈਂ ਟਾਣਾ ਸਾਹਿਬ ਮੈਂ ਸੱਚੀ ਹੈਰਾਨ ਆ ਕਿ ਤੁਸੀਂ ਵੇਖੋ ਵੀ ਮੈਨੂੰ ਲੱਗਦਾ ਹੈ ਕਿ ਪਹਿਲੀ ਵਾਰ ਐਵੇਂ ਹੋਇਆ ਕਿ ਕੋਈ ਅੰਦੋਲਨ ਜਿਹੜਾ ਉਹ ਇਸ ਤਰੀਕੇ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਥਾਂ ਬਣਾ ਗਿਆ, ਇਸ ਤਰੀਕੇ ਨਾਲ ਪੂਰੀ ਦੁਨੀਆ ਦੇ ਵਿੱਚ ਉਹਦੀ ਗੂੰਜ ਪੈ ਗਈ। ਪਰ ਫਿਰ ਵੀ ਇੰਨਾ ਕੁਝ ਹੋ ਰਿਹਾ, ਸਾਡੀ ਸਰਕਾਰ ਨਹੀਂ ਕੁਝ ਸੋਚ ਰਹੀ, ਸਾਡੀ ਸਰਕਾਰ ਨਹੀਂ ਹਿਲ ਰਹੀ, ਸਾਡੀ ਸਰਕਾਰ ਗੱਲਬਾਤ ਵੀ ਨਹੀਂ ਕਰ ਰਹੀ, ਸਾਡੀ ਸਰਕਾਰ ਕਿਤੇ ਵੀ ਚਿੰਤਤ ਨਜ਼ਰ ਨਹੀਂ ਆ ਰਹੀ ਕਿ ਅਸੀਂ ਆਪਣੇ ਲੋਕਾਂ ਦੇ ਲਈ ਕੁਝ ਕਰ ਲਈਏ। ਰਾਜੇਵਾਲ ਹੋਰਾਂ ਨੇ ਤੇ ਉਗਰਾਹਾਂ ਸਾਹਿਬ ਨੇ ਪਿਛਲੇ ਦਿਨੀਂ ਇਹ ਗੱਲ ਕਹੀ। ਉਹ ਕਹਿੰਦੇ ਵੀ ਦੇਖੋ ਬਹੁਤ ਸਾਰੇ ਕਿਸਾਨ ਇਹੋ ਜਿਹੇ ਆ ਜਿਹੜੇ ਕਿ ਸਾਡੀ ਉਮਰ ਦੇ ਜਾਂ ਸਾਡੇ ਤੋਂ ਥੋੜੀ ਜਿਹੀ ਘੱਟ ਉਮਰ ਦੇ ਆ, ਉਹਨਾਂ ਨੇ ਕਦੇ ਕੋਈ ਰਿਆਨਾ ਦਾ ਗਾਣਾ ਨਹੀਂ ਸੁਣਿਆ, ਉਹਨਾਂ ਨੇ ਕਦੇ ਕੋਈ ਲਿਲੀ ਸਿੰਘ ਦੀ ਗੱਲ ਨਹੀਂ ਸੁਣੀ, ਉਹਨਾਂ ਨੇ ਰਿਆਨਾ ਦਾ ਨਾਂ ਵੀ ਨਹੀਂ ਸੁਣਿਆ ਹੋਵੇਗਾ, ਨਾਂ ਵੀ ਨਹੀਂ ਸੁਣਿਆ, ਗਾਣਾ ਵੀ ਨਹੀਂ ਸੁਣਿਆ, ਤੇ ਨਾ ਕਦੇ ਉਹਨਾਂ ਦਾ ਖਾੜਾ ਇੱਥੇ ਲੱਗਣਾ ਪੰਜਾਬ ਦੇ ਵਿੱਚ। ਪਰ ਉਹ ਫੇਰ ਵੀ ਸਾਡੇ ਬਾਰੇ ਬੋਲੇ ਆ ਨਾ, ਉਹਨਾਂ ਨੂੰ ਚੰਗਾ ਲੱਗਾ ਤਾਂ ਬੋਲੇ ਆ ਨਾ, ਕਿਉਂਕਿ ਉਹਨਾਂ ਨੂੰ ਇਹ ਜਾਪਦਾ ਹੋਊਗਾ ਕਿ ਅਸੀਂ ਆਪਦੇ ਨਿੱਜੀ ਸਵਾਰਥ ਲਈ ਨਹੀਂ ਬੈਠੇ, ਅਸੀਂ ਦੇਸ਼ ਦੇ ਕਿਰਤੀਆਂ ਦੇ ਲਈ ਬੈਠੇ ਆ, ਅਸੀਂ ਅੰਨ ਉਤਪਾਦਕਾਂ ਦੇ ਲਈ, ਅਸੀਂ ਅੰਨਦਾਤੇ ਦੇ ਲਈ ਬੈਠੇ ਆ। ਪਰ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ, ਮੱਤ ਮੋਟੀ ਹੈ, ਕੀ ਕਰੀਏ। ਬਿਲਕੁਲ। ਜੱਜ ਦਾ ਵਿਚਾਰ। ਹਰਮਨ ਜੀ, ਬਠਿੰਡੇ ਦੀ ਪੁਲਿਸ ਨੇ ਨਾ ਇੱਕ ਗਰੋਹ ਕਾਬੂ ਕੀਤਾ, ਐਡਾ ਚਤਰਾ ਤੇ ਇੰਨਾ ਚੰਦਰਾ ਵੀ ਪੁੱਛੋ ਕੁਛ ਨਾ। ਕੀ ਹੋਇਆ? ਮੈਂ ਕੀ ਦੱਸਾਂ, ਹੁਣ ਤਾਂ ਐਂ ਜੇ ਬੈਠੇ ਮੂਹਰੇ ਆ, ਮੂੰਹ ਬੰਨੇ ਆ ਕਾਲੇ ਰੰਗ ਦੇ ਪਟਕੇ ਇਹਦੇ ਨਾਲ ਜੀ। ਹਾਂ, ਪਰ ਉਹਦਾ ਰਾਤ ਨੂੰ ਬੜੀਆਂ ਚਤਰੀਆਂ ਮਾਰਦੇ ਸੀ। ਕੀ ਕਰਦੇ ਸੀ? ਇੱਕ ਜਣਾ ਤਾਂ ਪੂਰਾ ਕੈਟਰੀਨਾ ਕੈਫ ਬਣ ਜਾਂਦਾ ਸੀ, ਐ ਪੂਰੀ ਲਾ ਕੇ ਨਕਲੀ ਗੁੱਤ, ਐ ਪੂਰੇ ਲਾ ਕੇ ਮਸਕਾਰੇ ਮਸਕੂਰੇ ਕੱਜਲ ਕੁਜਲ, ਆ ਨੇਲ ਪਾਲਿਸ਼ਾਂ ਲਾ ਕੇ ਸੈਂਡਲ ਸੁੰਡਲ ਪਾ ਕੇ ਸੜਕ ਦੇ ਵਿਚਾਲੇ ਖੜ ਜਾਂਦਾ ਸੀ ਤੇ ਟਰੱਕਾਂ ਵਾਲਿਆਂ ਨੂੰ, ਬੱਸਾਂ ਵਾਲਿਆਂ ਨੂੰ, ਕਾਰਾਂ ਵਾਲਿਆਂ ਨੂੰ ਹੱਥ ਦੇਣਾ ਇੰਜ ਕਰਕੇ, ਇਹ ਜ਼ਰਾ ਰੁਕਣਾ। ਤੇ ਜਦੋਂ ਰੁਕ ਜਾਂਦੇ ਸੀ ਤੇ ਨਾਲ ਦੇ ਸਾਥੀ ਆਲੇ ਦੁਆਲੇ ਨਿਕਲ ਕੇ ਬੰਦੂਕਾਂ ਦੇ ਨਾਲ, ਪਿਸਤੌਲਾਂ ਦੇ ਨਾਲ ਤੇ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਸੀਗੇ ਤੇ ਆਪਦੀ ਕੈਟਰੀਨਾ ਵੀ ਨਾਲ ਹੀ ਲੈ ਜਾਂਦੇ ਸੀ। ਹਾਂ, ਮਤਲਬ ਇਸ ਤਰੀਕੇ ਨਾਲ ਲੁੱਟਾਂ ਖੋਹਾਂ ਹੋ ਰਹੀਆਂ ਸੀ। ਇਸ ਤਰੀਕੇ ਦੇ ਨਾਲ ਲੁੱਟਾਂ ਖੋਹਾਂ ਹੋ ਰਹੀਆਂ ਤੇ ਬੇਨਤੀ ਇਹ ਆ ਵੀ ਭਾਈ ਇਦਾਂ ਦੀਆਂ ਗੱਲਾਂ ਤੋਂ ਬਚਿਓ। ਰਾਤ ਦੇ ਵੇਲੇ ਹਨੇਰੇ ਦੇ ਵਿੱਚ ਜੇਕਰ ਤੁਹਾਨੂੰ ਕੋਈ ਅਨੰਨਿਆ ਪਾਂਡੇ ਲੱਭੇ ਇਦਾਂ ਤੇ ਭਾਈ ਖੜਨਾ ਨਹੀਂਗਾ, ਗੱਡੀ ਭਜਾ ਲੈਣੀ ਆ ਜੀ। ਕਈ ਵਾਰੀ ਟਾਣਾ ਸਾਹਿਬ ਇਹ ਤਾਂ ਚਲੋ ਗਰੋਹ ਫੜਿਆ ਗਿਆ, ਪਿੱਛੇ ਜਿਹੜਾ ਤੁਹਾਨੂੰ ਯਾਦ ਹੈ ਕਿ ਬੱਚਿਆਂ ਨੂੰ ਇਸ ਤਰੀਕੇ ਨਾਲ ਵਰਤਿਆ ਜਾਂਦਾ ਸੀ ਕਿ ਕੋਈ ਵੀ ਨਿਆਣਾ ਜਿਹੜਾ ਆ ਉਹਨੂੰ ਸੜਕ ਦੇ ਵਿਚਕਾਰ ਖੜਾ ਕਰ ਦੇਣਾ, ਜਾਂ ਕੋਈ ਵੀ ਨਿਆਣਾ ਉਹਨੇ ਰੋਂਦੇ ਹੋਏ ਨੇ ਤੁਹਾਡੇ ਕੋਲ ਆਣਾ ਵੀ ਮੈਨੂੰ ਮੇਰੇ ਘਰੇ ਛੱਡਿਆ ਹੋ ਨਾ, ਤੇ ਉਸ ਤੋਂ ਬਾਅਦ ਵਿੱਚ ਲੁੱਟਾਂ ਖੋਹਾਂ ਕੀਤੀਆਂ ਜਾਂਦੀਆਂ ਸੀ। ਸੋ ਅੱਜ ਦੇ ਜ਼ਮਾਨੇ ਵਿੱਚ ਤਾਂ ਬਚੋ ਭਾਈ ਜਿੰਨਾ ਬਚ ਸਕਦੇ ਹੋ। ਪਰ ਬੜੀ ਨਾ ਇਹ ਦੁੱਖ ਦੀ ਗੱਲ ਆ ਟਾਣਾ ਸਾਹਿਬ, ਤੁਸੀਂ ਵੇਖੋ ਕਿ ਪਹਿਲਾਂ ਤੁਹਾਨੂੰ ਯਾਦ ਹੈ ਅੱਜ ਤੋਂ ਕੁਝ ਸਮਾਂ ਪਹਿਲਾਂ ਇਹਨਾਂ ਲੋਕਾਂ ਨੇ ਕੋਈ ਨਾ ਕੋਈ ਬੰਦਾ ਜ਼ਖਮੀ ਕਰਕੇ ਜਾਂ ਵੈਸੇ ਹੀ ਕੋਈ ਲੇਟ ਜਾਂਦਾ ਸੀ ਸੜਕ
ਸੜਕ ਦੇ ਵਿਚਕਾਰ ਤੇ ਬੰਦਾ ਸੋਚਦਾ ਸੀ ਵੀ ਇਹਦੀ ਮਦਦ ਕਰੀਏ ਤੇ ਉਸ ਤੋਂ ਬਾਅਦ ਬੰਦੇ ਨੂੰ ਲੁੱਟ ਲਿਆ ਜਾਂਦਾ ਸੀ ਨਾ। ਇਹਨਾਂ ਗੱਲਾਂ ਕਰਕੇ ਜਿਹੜੇ ਲੋਕ ਵਾਕਈ ਜਿਨ੍ਹਾਂ ਨੂੰ ਮਦਦ ਦੀ ਲੋੜ ਹੁੰਦੀ ਹੈ, ਜਿਹੜੇ ਵਾਕਈ ਕਿਤੇ ਰਾਤ ਬਰਾਤੇ ਜਿਨ੍ਹਾਂ ਨਾਲ ਕੋਈ ਵੀ ਘਟਨਾ ਵਾਪਰ ਜਾਂਦੀ ਹੈ, ਬੰਦਾ ਡਰਦਾ ਉਹਨਾਂ ਦੀ ਵੀ ਮਦਦ ਨਹੀਂ ਕਰਦਾ। ਬਿਲਕੁਲ ਸਹੀ ਗੱਲ ਆ। ਤੇ ਬੇਨਤੀ ਇਹ ਹੈ ਵੀ ਹੁਣ ਜੇਕਰ ਅਸੀਂ ਸੁਜਾਗ ਰਵਾਂਗੇ ਨਾ ਤੇ ਲੁੱਟ ਖੋਹ ਤੋਂ ਤਾਂ ਬਚਾਂਗੇ। ਇਹ ਵੀ ਹੋ ਸਕਦਾ ਵੀ ਜੇਕਰ ਸਾਡੀ ਇਦਾਂ ਦੀ ਧਾਰਨਾ ਬਣ ਜਾਂਦੀ ਵੀ ਅਸੀਂ ਰਾਤ ਦੇ ਵੇਲੇ ਗੱਡੀ ਰੋਕਣੀ ਹੀ ਨਹੀਂ, ਹੋ ਸਕਦਾ ਵੀ ਕਿਸੇ ਲੋੜਵੰਦ ਦੀ ਵੀ ਮਦਦ ਨਾ ਹੋ ਸਕੇ। ਪਰ ਹੁਣ ਮਾਹੌਲ ਇਹੋ ਜਿਹਾ ਬਣਦਾ ਜਾਂਦਾ, ਕਰੀਏ ਕੀ? ਜਿਹੜੀ ਬਠਿੰਡੇ ਦੀ ਪੁਲਿਸ ਆ ਨਾ, ਉਹਨੇ ਇਹ ਗੱਲ ਕਹੀ ਆ ਵੀ ਹੁਣ ਤੱਕ ਇਹਨਾਂ ਨੇ ਬੜੀਆਂ ਲੁੱਟਾਂ ਖੋਹਾਂ ਕੀਤੀਆਂ। ਇਹਨਾਂ ਦੇ ਕੋਲੋਂ ਪਿਸਤੌਲ ਵੀ ਫੜੇ ਆ, ਰੌਂਦ ਵੀ ਫੜੇ ਆ, ਇਹਨਾਂ ਦੇ ਕੋਲੋਂ ਹਾਕੀਆਂ, ਕਿਰਚਾਂ, ਕਿਰਪਾਨਾਂ, ਗੰਡਾਸੇ, ਬੜਾ ਕੁਝ ਫੜਿਆ ਇਹਨਾਂ ਦੇ ਕੋਲੋਂ। ਇਹਨਾਂ ਨੇ ਹੁਣ ਤੱਕ ਲੱਖਾਂ ਰੁਪਈਆ ਲੁੱਟਿਆ ਸੀਗਾ। ਐਂ ਹੀ ਇੱਕ ਬੰਦੇ ਨੂੰ ਬੁੜੀ ਬਣਾ ਕੇ ਤੇ ਸੜਕ ਦੇ ਵਿਚਾਲੇ ਖੜਾ ਦੇਣਾ ਤੇ ਬਾਅਦ ਦੇ ਵਿੱਚ ਨਵਾਂ ਚੰਦ ਚਾੜ ਦੇਣਾ। ਨਹੀਂ, ਅੱਜ ਕੱਲ ਤਾਂ ਭਾਈ ਕਿਸੇ ਤੇ ਭਰੋਸਾ ਨਾ ਕਰੋ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਤੁਹਾਡੇ ਨਾਲ ਕੀ ਵਾਪਰ ਜੇ, ਹਨਾ। ਆ ਤਾਂ ਚਲੋ ਰਾਤ ਦੀਆਂ ਗੱਲਾਂ ਤੁਸੀਂ ਕਰ ਰਹੇ ਹੋ, ਅੱਜ ਕੱਲ ਤਾਂ ਬੰਦਾ ਦਿਨ ਦਿਹਾੜੇ ਨਹੀਂ ਸੁਰੱਖਿਅਤ। ਤੁਹਾਨੂੰ ਪਤਾ ਹੀ ਨਹੀਂ ਵੀ ਤੁਹਾਨੂੰ ਰਾਹ 'ਚ ਜਾਂਦਿਆਂ ਨੂੰ ਕੀ ਹੋ ਜਾਣਾ ਹੈ, ਕਿਹਨੇ ਤੁਹਾਨੂੰ ਲੁੱਟ ਲੈਣਾ, ਕਿਹਨੇ ਪਰਸ ਖੋਹ ਲੈਣਾ, ਕਿਹਨੇ ਵਾਲੀ ਲਾ ਲੈਣੀ ਹੈ, ਕੋਈ ਪਤਾ ਨਹੀਂ ਲੱਗਦਾ। ਬਚਾਅ ਵਿੱਚ ਬਚਾਅ ਹੈ, ਆਪਣਾ ਬਚਾਅ ਸਭ ਤੋਂ ਵੱਧ ਜ਼ਰੂਰੀ ਹੈ। ਅਸੀਂ ਕਿਸੇ ਦੀਆਂ ਵੀ ਗੱਲਾਂ ਵਿੱਚ ਨਾ ਫਸੀਆਂ, ਬੂਬਣੇ ਜਿਹੜੇ ਨੇ ਗੱਲਾਂ 'ਚ ਫਸਾ ਕੇ ਲੁੱਟਦੇ ਨੇ, ਹਨਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਸਾਡਾ ਇੱਕ ਜਾਣਕਾਰ ਯੂਪੀ ਦੇ ਵੱਲ ਗਿਆ, ਉੱਥੇ ਉਹਨੇ ਜ਼ਮੀਨ ਲਈ ਸੀ ਤੇ ਇੱਕ ਵਾਰ ਉੱਥੇ ਯੂਪੀ ਦੇ ਵਿੱਚ ਗਿਆ ਸੀਗਾ, ਹਾਲੇ 6 ਮਹੀਨੇ ਹੋਏ ਆ, ਤੇ ਉਹ ਜਲੰਧਰ ਦੇ ਵੱਲ ਵਾਪਸ ਆਉਂਦਾ ਸੀਗਾ ਤੇ ਉੱਥੇ ਰੇਲਵੇ ਸਟੇਸ਼ਨ ਦੇ ਉੱਤੇ ਤੇ ਉਹਦੇ ਮਿੱਤਰ ਬਣ ਗਏ 2-3। ਉਹਨਾਂ ਨੇ ਟਾਈਆਂ ਟੂੰਗਾਂ ਲਾਈਆਂ, ਬੜੇ ਵਧੀਆ ਕੋਟ ਕਾਟ ਪਾਏ ਤੇ ਬੰਦਾ ਭਰੋਸਾ ਕਰ ਲੈਂਦਾ ਵੀ ਪੜ੍ਹੇ ਲਿਖੇ ਲੋਕ ਆ ਇਹ। ਉਹ ਸੀਗਾ ਇੱਕ ਗਰੋਹ ਲੋਕਾਂ ਨੂੰ ਲੁੱਟਣ ਵਾਲਾ। ਉਹ ਜਦੋਂ ਥੋੜੀ ਜਿਹੀ ਦੂਰੀ ਤੇ ਗੱਡੀ ਗਈ ਨਾ ਤੇ ਕਹਿੰਦੇ ਯਾਰ ਪਰੌਂਠੇ ਹੀ ਖਾ ਲਈਏ। ਉਹ ਜਿਹੜਾ ਸਾਡਾ ਸਾਥੀ ਉਹ ਕਹਿੰਦਾ ਵੀ ਮੈਂ ਤਾਂ ਲੈ ਕੇ ਨਹੀਂ ਆਇਆ ਰੋਟੀ, ਤੇ ਮੈਂ ਤਾਂ ਬਾਈ ਇੱਥੇ ਜ਼ਮੀਨ ਦੇ ਮਾਮਲੇ 'ਚ ਆਇਆ ਤੇ ਹੁਣ ਮੈਂ ਚੱਲਿਆ ਤੇ ਮੈਂ 20-25 ਦਿਨਾਂ ਬਾਅਦ ਆਉਣਾ ਹੁੰਦਾ, ਕਦੇ ਮਹੀਨਾ ਵੀ ਪੈ ਜਾਂਦਾ। ਕਹਿੰਦਾ ਲੈ ਕਿਹੜੀ ਗੱਲ ਹੈ, ਜਦੋਂ ਭਰਾ ਹੀ ਬਣ ਗਏ ਆ, ਤੁਸੀਂ ਫਲਾਣੀ ਥਾਂ ਤੋਂ ਆ? ਉਹ ਕਹਿੰਦਾ ਜੀ ਮੈਂ ਤਾਂ ਫਲਾਣੀ ਥਾਂ ਤੋਂ ਆ। ਕਹਿੰਦਾ ਲੈ ਉੱਥੇ ਸਾਡੀ ਰਿਸ਼ਤੇਦਾਰੀ, ਉਹਦੇ ਨਾਲ ਦਾ ਪਿੰਡ ਐਂ, ਫਲਾਣਾ ਪਿੰਡ ਐਂ, ਤੇ ਲੈ ਜੀ ਪਰੌਂਠੇ ਖੋਲ ਲਏ ਉਹਨਾਂ ਨੇ। ਲਓ ਜੀ, ਪਹਿਲਾ ਪਰੌਂਠਾ ਆਪ ਖਾ ਲਿਆ, ਦੂਜਾ ਪਰੌਂਠਾ ਚੱਕ ਕੇ ਪੌਣੇ ਦੇ ਵਿੱਚੋਂ ਉਹਨੂੰ ਦਿੱਤਾ, ਉਹਨੇ ਪਰੌਂਠਾ ਖਾ ਲਿਆ। ਪਰ ਉਸ ਪਰੌਂਠੇ ਦੇ ਵਿੱਚ ਨਸ਼ੀਲੀ ਦਵਾਈ ਕੋਈ ਮਿਲਾਈ ਸੀਗੀ। ਉਹਨੇ ਪਰੌਂਠਾ ਖਾਧਾ ਤੇ ਨਾਲ ਦੀ ਨਾਲ ਹੀ ਬੇਹੋਸ਼ ਹੋ ਗਿਆ। ਉਸ ਤੋਂ ਬਾਅਦ ਉਹਦੀ ਘੜੀ ਤੋਂ ਲੈ ਕੇ, ਜੁੱਤੀ ਤੋਂ ਲੈ ਕੇ, ਪੈਸਾ ਤੋਂ ਲੈ ਕੇ, ਤੇੜ ਦੇ ਕੱਪੜਿਆਂ ਤੋਂ ਬਿਨਾਂ ਸਾਰਾ ਕੁਝ ਹੀ ਲੈ ਗਏ। ਤੇ ਰੇਲ ਗੱਡੀ ਜਿੱਥੇ ਜਾ ਕੇ ਰੁਕੀ ਅਖੀਰ ਦੇ ਉੱਤੇ, ਜਿੱਥੇ ਸਾਰਾ ਸਫ਼ਰ ਮੁੱਕ ਜਾਂਦਾ, ਤੇ ਉੱਥੇ ਉਹਨੂੰ ਮਾੜੀ ਮੋਟੀ ਹੋਸ਼ ਆਈ ਜਦੋਂ ਰੇਲ ਗੱਡੀ ਨੂੰ ਸਾਫ਼ ਕਰਨ ਵਾਲੇ ਆਉਂਦੇ ਆ। ਤੇ ਫਿਰ ਉਹਨੂੰ ਪਤਾ ਲੱਗਾ ਮੇਰੇ ਕੋਲੇ ਤਾਂ ਕੱਖ ਵੀ ਨਹੀਂ। ਇੱਧਰ ਘਰ ਦੇ ਆ ਜਿਹੜੇ, ਉਹ ਜਾ ਕੇ ਪੁਲਿਸ ਥਾਣੇ ਦੇ ਵਿੱਚ ਰਿਪੋਰਟਾਂ ਕਰਵਾਉਂਦੇ ਫਿਰਦੇ ਆ ਕਿ ਸਾਡਾ ਬੰਦਾ ਨਹੀਂ ਘਰੇ ਆਇਆ, ਉਹਨੇ ਕਿਹਾ ਸੀ ਇੰਨੇ ਵਜੇ ਤੱਕ ਮੇਰੀ ਰੇਲ ਗੱਡੀ ਆ ਜਾਣੀ ਆ। ਸੋ ਉਸ ਤੋਂ ਬਾਅਦ ਉਹਨੇ ਸਾਨੂੰ ਸਾਰੀ ਜਾਣਕਾਰੀ ਦਿੱਤੀ। ਮੇਰੇ ਨਾਲ ਹੋਇਆ ਕੀ ਆ, ਉਹਦੇ ਸਿਰ ਦੇ ਵਿੱਚ ਇੱਥੇ ਰੋਬੜ ਪਿਆ ਵਿਆ, ਇੱਥੇ ਉਹਦੇ ਸੱਟ ਲੱਗੀ ਵੀ ਆ, ਕਿਉਂਕਿ ਪਤਾ ਨਹੀਂ ਉਹਦੇ ਨਾਲ ਕੀ ਕੁਛ ਹੋਈ ਗਿਆ ਐ ਸੁੱਤੇ ਪਏ ਦੇ ਨਾਲ। ਸੋ ਇਦਾਂ ਦਾ ਵੀ ਭਾਈ ਹੁੰਦਾ, ਕਿਸੇ ਤੋਂ ਕੁਝ ਲੈ ਕੇ ਨਾ ਖਾਓ ਬੱਸ ਦੇ ਵਿੱਚ, ਕਿਉਂਕਿ ਹੁਣ ਖਬਰ ਆਈ ਆ ਬਈ ਰੇਲ ਗੱਡੀਆਂ ਦੇ ਵਿੱਚ ਬਿਸਕੁਟਾਂ ਦੇ ਵਿੱਚ ਵੀ ਕੁਛ ਮਿਲਾਇਆ। ਮੰਨ ਲਓ ਮੈਂ ਤੁਹਾਨੂੰ ਬਿਸਕੁਟਾਂ ਦਾ ਪੈਕਟ ਦੇ ਦਿਆਂ, ਉਹਦੇ ਵਿੱਚ ਮਿਲਾਈ ਇਸ ਤਰੀਕੇ ਨਾਲ, ਪਹਿਲਾ ਬਿਸਕੁਟ ਮੈਂ ਖਾਊਂਗਾ, ਦੂਜਾ ਤੁਸੀਂ ਖਾਓਗੇ, ਉਹਦੇ ਵਿੱਚ ਮਿਲਾਇਆ। ਜੀ ਬਿਲਕੁਲ। ਸੋ ਬਚਾਅ ਦੇ ਵਿੱਚ ਬਚਾਅ ਹੈ, ਬਚੋ। ਜੱਜ ਦਾ ਵਿਚਾਰ। ਟਾਣਾ ਸਾਹਿਬ, ਤੁਸੀਂ ਗੱਲ ਕਰ ਰਹੇ ਸੀ ਵੀ ਕਿਸੇ ਤੋਂ ਕੁਝ ਲੈ ਕੇ ਨਾ ਖਾਓ। ਅੱਜ ਕੱਲ ਤਾਂ ਮਾਹੌਲ ਇਹ ਹੈ ਵੀ ਕਿਸੇ ਤੋਂ ਕੁਝ ਖਰੀਦ ਕੇ ਵੀ ਨਾ ਖਾਓ। ਤੁਹਾਨੂੰ ਪਤਾ ਹੀ ਨਹੀਂ ਹੈ ਵੀ ਕਿਹੜੀ ਚੀਜ਼ ਤੁਹਾਨੂੰ ਕਿਵੇਂ ਮਿਲ ਜਾਣੀ ਹੈ। ਇਹ ਤਾਂ ਗੱਲ ਤੁਹਾਡੀ ਸੱਚੀ ਆ। ਗਾਜ਼ੀਆਬਾਦ ਤੋਂ ਖਬਰ ਆਈ ਆ, ਮੈਨੂੰ ਤਾਂ ਘਿਣਜੀ ਆਈ ਹੈ ਖਬਰ ਪੜ੍ਹਦੇ ਨੂੰ ਵੀ, ਪਰ ਇਹ ਸਾਂਝੀ ਤਾਂ ਕਰਦੇ ਆ ਕਿਉਂਕਿ ਅਸੀਂ ਨਾ ਵਿਆਹ ਸ਼ਾਦੀ ਤੇ ਜਾਂਦੇ ਜਦੋਂ, ਜਾਂ ਅਸੀਂ ਕਿਸੇ ਢਾਬੇ ਤੇ ਜਾਂਦੇ ਆ, ਅਸੀਂ ਕਹਿੰਦੇ ਨੇ ਸਵਾਦ ਬਹੁਤਾ ਖਾਣਾ, ਪਰ ਇਹ ਨਹੀਂ ਪਤਾ ਉਹ ਬਣਿਆ ਕਿਵੇਂ ਹੋਇਆ। ਜੇ ਕਿਤੇ ਜਿਹੜੀਆਂ ਥਾਵਾਂ ਦੇ ਉੱਤੇ ਅਸੀਂ ਜਾਂਦੇ ਚਾਹ ਦੇ ਨਾਲ, ਉਹਨਾਂ ਥਾਵਾਂ ਦੀਆਂ ਰਸੋਈਆਂ ਨੂੰ ਜਾ ਕੇ ਦੇਖੀਏ ਨਾ, ਉਹਦੇ ਵਿੱਚੋਂ ਅੱਧੀਆਂ ਰਸੋਈਆਂ ਦੇ ਵਿੱਚ ਜੋ ਕੁਝ ਹੁੰਦਾ ਤੇ ਜੋ ਕੁਝ ਪਿਆ, ਉਹਨੂੰ ਦੇਖ ਕੇ ਅਸੀਂ ਸ਼ਾਇਦ ਕਦੇ ਖਾਈਏ ਹੀ ਨਾ। ਅੱਜ ਅਸੀਂ ਡਬਲ ਰੋਟੀ ਚਾਹ ਦੇ ਨਾਲ ਖਾਂਦੇ ਆ, ਜੇ ਕਿਤੇ ਆਟਾ ਗੁੰਨਦੇ ਦੇਖ ਲਈਏ ਤਾਂ ਸ਼ਾਇਦ ਕਦੇ ਖਾਈਏ ਹੀ ਨਾ। ਇਦਾਂ ਦਾ ਵੀ ਕੁਝ ਚੱਲਦਾ, ਸਾਰੀਆਂ ਥਾਵਾਂ ਤੇ ਨਹੀਂ ਪਰ ਕਈ ਥਾਵਾਂ ਤੇ ਇਦਾਂ ਦਾ ਕੁਝ ਹੁੰਦਾ। ਆ ਗਾਜ਼ੀਆਬਾਦ ਤੋਂ ਇੱਕ ਵੀਡੀਓ ਸਾਹਮਣੇ ਆਈ ਆ, ਉੱਥੇ ਮੰਗਣੇ ਦਾ ਪ੍ਰੋਗਰਾਮ ਆ ਕਿਸੇ ਦਾ, ਸਕੂਲ ਦੇ ਵਿੱਚ ਰੱਖਿਆ ਹੋਇਆ, ਤੇ ਉੱਥੇ ਨਾਨ ਲਾਏ ਜਾ ਰਹੇ, ਤੰਦੂਰ ਤਪਿਆ ਹੋਇਆ। ਇੱਕ ਮੁੰਡਾ ਜਿਹੜਾ ਉਹ ਪੇੜੇ ਕਰ ਰਿਹਾ, ਇੱਕ ਜਣਾ ਐਂ ਕਰਕੇ ਤੇ ਤੰਦੂਰ ਦੇ ਵਿੱਚ ਲਾ ਰਿਹਾ। ਜਦੋਂ ਉਹ ਐਂ ਕਰਦਾ ਨਾ, ਥੁੱਕ ਮਾਰਦਾ ਨਾਨ ਦੇ ਉੱਤੇ ਤੇ ਐਂ ਚਮੇੜ ਦਿੰਦਾ ਤੰਦੂਰ ਦੇ ਨਾਲ। ਉਹ ਮਾਂ ਦਾ ਪੁੱਤ ਪਾਣੀ ਨਹੀਂ ਲਾਉਂਦਾਗਾ। ਤੇ ਇਹ ਹੋ ਗਈ ਵੀਡੀਓ ਵਾਇਰਲ, ਕਿਸੇ ਨੇ ਵੀਡੀਓ ਬਣਾ ਲਈ। ਹੁਣ ਇਸ ਬੰਦੇ ਨੂੰ ਕੀਤਾ ਗਿਆ ਗ੍ਰਿਫਤਾਰ, ਤੇ ਹੁਣ ਇਹਨਾਂ ਦੇ ਘਰਦਿਆਂ ਨੇ ਕਹਿਣਾ ਇਹ ਤਾਂ ਮਾਨਸਿਕ ਤੌਰ ਤੇ ਠੀਕ ਨਹੀਂਗਾ, ਤੇ ਜੇਕਰ ਮਾਨਸਿਕ ਤੌਰ ਤੇ ਠੀਕ ਨੇ, ਇਹਨੂੰ ਬੰਨ੍ਹ ਕੇ ਰੱਖੋ ਜੀ, ਇਹਨੂੰ ਦਵਾਈ ਦਵਾਓ। ਪਰ ਪਤਾ ਨਹੀਂ, ਇਹ ਮੈਨੂੰ ਤਾਂ ਸੱਚੀ ਘੇਣੀ ਆਈ ਜਾ ਰਹੀ ਆ ਸੋਚ ਕੇ ਕਿ ਕੀ ਕਰਦੇ ਨੇ ਲੋਕ। ਹੱਦ ਹੀ ਹੋ ਗਈ, ਹਨਾ। ਮਿਲਾਵਟੀ ਚੀਜ਼ਾਂ ਸਭ ਤੋਂ ਵੱਧ ਆਪਣੇ ਇੱਥੇ ਵਿਕਦੀਆਂ ਨੇ।
ਏਦਾਂ ਦੀਆਂ ਖਬਰਾਂ ਸਭ ਤੋਂ ਵੱਧ ਆਪਣੇ ਇੱਥੋਂ ਆਉਂਦੀਆਂ ਨੇ। ਪਤਾ ਨਹੀਂ ਅਸੀਂ ਆਪਣੀ ਜ਼ਮੀਰ ਹੀ ਮਾਰ ਲਈ ਹੈ। ਤੇ ਇੰਨਾ ਕੁਝ ਕਰਕੇ, ਇੰਨੀਆਂ ਹੀਰਾ ਫੇਰੀਆਂ, ਇੰਨੇ ਗੰਦ ਪਾ ਕੇ ਫੇਰ ਵੀ ਅਸੀਂ ਮਰੂ ਕਰਦੇ ਆ। ਮੈਂ ਨਹੀਂ ਕਦੇ ਦੇਖਿਆ ਵੀ ਇਹੋ ਜਿਹੀਆਂ ਕਰਤੂਤਾਂ ਕਰਨ ਵਾਲੇ ਬੰਦੇ ਜਿਹੜੇ ਉਹਨਾਂ ਨੇ ਬਹੁਤ ਵੱਡੇ ਬੰਗਲੇ ਖੜੇ ਹੋ ਗਏ ਤੇ ਸੰਤੁਸ਼ਟ ਆ, ਕਰਦੇ ਫੇਰ ਵੀ ਉਹ ਕੁਛ ਹੀ ਆ, ਰਹਿੰਦੇ ਫੇਰ ਵੀ ਉਹੋ ਜਿਹੀ ਆ। ਪਰ ਇਹਨਾਂ ਨੇ ਗੰਦ ਪਾਉਣਾ ਹੁੰਦਾ। ਮੈਂ ਨਹੀਂ ਵੇਖਿਆ ਕਦੇ ਵੀ ਜਿਹੜੇ ਬਨੌਟੀ ਚੀਜ਼ਾਂ ਵੇਚਦੇ ਆ, ਮਿਲਾਵਟੀ ਚੀਜ਼ਾਂ ਵੇਚਦੇ ਆ, ਉਹਨਾਂ ਦੇ ਬਹੁਤ ਵੱਡੇ ਮਹਿਲ ਬਨਾਰੇ ਖੜੇ ਹੋ ਗਏ। ਪਰ ਟਾਣਾ ਸਾਹਿਬ ਮੈਂ ਤਾਂ ਇਹ ਹੈਰਾਨ ਆ ਵੀ ਡਰ ਡੁੱਕਰ ਵੀ ਹੈ ਨਹੀਂ ਵੀ ਜੇ ਅਸੀਂ ਫੜੇ ਗਏ ਤਾਂ ਕੀ ਹੋਊਗਾ, ਸਾਡੇ ਖਿਲਾਫ ਕਾਰਵਾਈ ਹੋ ਸਕਦੀ ਹੈ ਜਾਂ ਕੋਈ ਦੇਖ ਲਵੇ ਤਾਂ ਸਾਡੇ ਛਿੱਤਰ ਪੈ ਸਕਦੇ ਨੇ। ਕੋਈ ਸੋਚਦਾ ਹੀ ਹੈ ਨਹੀਂਗਾ। ਇਹ ਤਾਂ ਤੁਸੀਂ ਵੇਖੋ ਅੱਜ ਦੇ ਜ਼ਮਾਨੇ ਦੇ ਵਿੱਚ ਮੋਬਾਈਲ ਫੋਨ ਹਰੇਕ ਦੇ ਹੱਥ ਦੇ ਵਿੱਚ ਆ, ਤਾਂ ਵੀਡੀਓਜ਼ ਬਣ ਜਾਂਦੀਆਂ ਨੇ, ਵਾਇਰਲ ਹੋ ਜਾਂਦੀਆਂ ਨੇ। ਇਸ ਤੋਂ ਪਹਿਲਾਂ ਜਦੋਂ ਫੋਨ ਹੀ ਹੈ ਨਹੀਂ ਸੀ, ਪਤਾ ਨਹੀਂ ਅਸੀਂ ਲੋਕ ਕੀ ਕੁਝ ਖਾ ਪੀ ਗਏ ਆ। ਸਾਨੂੰ ਉਦੋਂ ਕਿੱਥੇ ਪਤਾ ਲੱਗਦਾ ਸੀ ਵੀ ਕੌਣ ਕੀ ਕਰਦਾ। ਅੱਜ ਕੱਲ ਤਾਂ ਖਬਰਾਂ ਦੇ ਵਿੱਚ ਵੇਖ ਲਈਦਾ ਵੀ ਐ ਹੋਇਆ। ਪਰ ਅਸੀਂ ਥੋੜਾ ਜਿਹਾ ਸੋਚੀਏ, ਕੋਈ ਪਤਾ ਨਹੀਂ ਅਸੀਂ ਆਪਣੇ ਉੱਤੇ ਹੀ ਲੈ ਕੇ ਵੇਖ ਲਈਏ ਵੀ ਜੇ ਕਿਤੇ ਸਾਡਾ ਕੋਈ ਪਰਿਵਾਰਕ ਜੀ ਹੋਵੇ, ਅਸੀਂ ਕੀ ਉਹਨੂੰ ਇਹੋ ਜਿਹੀ ਕੋਈ ਚੀਜ਼ ਖਵਾਵਾਂਗੇ? ਕਿ ਅਸੀਂ ਆਪਣੇ ਬੱਚੇ ਨੂੰ ਇਹੋ ਜਿਹੀ ਚੀਜ਼ ਕੋਈ ਦੇ ਸਕਦੇ ਆ? ਤੇ ਫਿਰ ਦੂਜਿਆਂ ਦੇ ਨਿਆਣਿਆਂ ਨਾਲ ਖਿਲਵਾੜ ਕਿਵੇਂ ਕਰ ਸਕਦੇ ਆ? ਮੈਨੂੰ ਤਾਂ ਅੱਜ ਤੱਕ ਇਸ ਗੱਲ ਦੀ ਸਮਝ ਨਹੀਂ ਲੱਗੀ ਵੀ ਜੇਕਰ ਤੁਸੀਂ ਨਾ ਦੁਪਹਿਰ ਦੇ ਵੇਲੇ ਮੱਝਾਂ ਗਾਵਾਂ 2 ਵਾਰੀ ਚੋਂਗਾ ਜਾਂਦੀਆਂ, ਇੱਕ ਸਵੇਰ ਦੇ ਵੇਲੇ, ਇੱਕ ਆਥਣ ਦੇ ਵੇਲੇ। ਜੇ ਤੁਸੀਂ ਕਿਸੇ ਡੇਅਰੀ ਦੇ ਉੱਤੇ ਜਾਂਦੇ ਆ, ਕੁਝ ਡੇਅਰੀਆਂ ਦੀ ਗੱਲ ਕਰਦਾ, ਸਾਰੀਆਂ ਦੀ ਨਹੀਂ, ਉਹਨਾਂ ਨੂੰ ਕਹਿੰਦੇ ਜੀ ਸਾਨੂੰ 1 ਕੁਇੰਟਲ ਦੁੱਧ ਚਾਹੀਦਾ, ਸਾਨੂੰ 5 ਕੁਇੰਟਲ ਦੁੱਧ ਚਾਹੀਦਾ, ਅਸੀਂ ਫਲਾਣੀ ਥਾਂ ਤੇ ਪ੍ਰੋਗਰਾਮ ਰੱਖਿਆ। ਉਹ ਕਹਿਣਗੇ ਵੀ ਘੰਟੇ ਬਾਅਦ ਆ ਜਾਓ। ਵੀ 1 ਘੰਟੇ ਦੇ ਵਿੱਚ ਉਹ ਦੁੱਧ ਕਿੱਥੋਂ ਪੈਦਾ ਕਰਦੇ? ਸਵਾਲ ਤਾਂ ਇਹ ਪੈਦਾ ਹੁੰਦਾ ਤੁਹਾਨੂੰ 1 ਘੰਟੇ ਦੇ ਵਿੱਚ 1 ਕੁਇੰਟਲ ਦੁੱਧ ਲਿਆ ਕੇ ਦਿੰਦੇ ਆ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਰੰਗੇ ਹੱਥੀ ਫੜੇ ਜਾਂਦੇ ਆ ਨਕਲੀ ਦੁੱਧ ਬਣਾਉਣ ਵਾਲੇ, ਪਰ ਉਹ ਫੇਰ ਛੁੱਟ ਜਾਂਦੇ ਆ। ਮੈਂ ਟਾਣਾ ਸਾਹਿਬ ਇੱਕ ਵੀਡੀਓ ਵੇਖੀ ਥੋੜੇ ਦਿਨਾਂ ਪਹਿਲਾਂ, ਉਹਦੇ 'ਚ ਨਾ ਬਾਲਟੀ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਤੇ ਉਹ ਭਾਈ ਆਉਂਦਾ, ਉਹਦੇ ਕੋਲ ਐਡਾ ਕਿ ਨਾ ਕੋਈ ਟਿਨ ਦਾ ਡੱਬਾ ਜਿਹੜਾ ਉਹ ਫੜਿਆ ਹੋਇਆ, ਪਤਾ ਨਹੀਂ ਉਹਦੇ ਵਿੱਚ ਕਿਹੜਾ ਕੈਮੀਕਲ ਆ ਕੀ ਆ, ਉਹ ਆ ਕੇ ਉਸ ਬਾਲਟੀ ਦੇ ਵਿੱਚ ਉਹ ਪੂਰਾ ਪਾ ਦਿੰਦਾ ਹੈ, ਜਿਸ ਤੋਂ ਬਾਅਦ ਉਹ ਪਾਣੀ ਨਾ ਦੁੱਧ ਵਰਗਾ ਚਿੱਟਾ ਹੋ ਜਾਂਦਾ ਤੇ ਉਹ ਵਿੱਚ ਹੱਥ ਮਾਰ ਕੇ ਵੀ ਇੰਜ ਦਿਖਾਉਂਦਾ ਹੈ ਕਿ ਆ ਵੇਖੋ ਜੀ ਦੁੱਧ ਬਣ ਗਿਆ, ਹਨਾ। ਇਸ ਤੋਂ ਪਹਿਲਾਂ ਵੀ ਆਪਾਂ ਬਹੁਤ ਵਾਰ ਖਬਰਾਂ 'ਚ ਵੇਖਦੇ ਰਹੇ ਆ ਕਿ ਕੋਈ ਵਾਸ਼ਿੰਗ ਪਾਊਡਰ ਪਾ ਕੇ, ਪੇਂਟ ਪਾ ਕੇ, ਯੂਰੀਆ ਪਾ ਕੇ, ਪਤਾ ਨਹੀਂ ਕਿਵੇਂ ਦੁੱਧ ਜਿਹੜਾ ਉਹ ਬਣਾਇਆ ਜਾ ਰਿਹਾ ਹੈ। ਸੋ ਪਤਾ ਨਹੀਂ, ਮਤਲਬ ਤੁਸੀਂ ਆਪ ਦੇਖੋ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਦੁੱਧ ਦੀ ਜਿਹੜੀ ਖਪਤ ਆ ਉਹ ਕਿੰਨੀ ਜ਼ਿਆਦਾ ਵੱਧ ਗਈ ਹੈ ਤੇ ਪਸ਼ੂ ਲੋਕਾਂ ਦੇ ਘਰਾਂ 'ਚ ਹੈ ਨਹੀਂ। ਇਹੋ ਜਿਹੇ ਲੋਕ ਜੇਕਰ ਬਾਹਰਲੇ ਮੁਲਕਾਂ 'ਚ ਹੋਣ ਨਾ, ਪੁੱਠੇ ਟੰਗ ਦੇਣ ਜੀ। ਪਰ ਸਾਡੇ ਭਾਰਤ ਦੇ ਵਿੱਚ ਹੁੰਦਾ ਕੁਛ ਨਹੀਂ। ਇੱਥੇ ਸਿਰਫ ਤੇ ਸਿਰਫ ਦੀਵਾਲੀ ਦੇ ਮੌਕੇ ਖਬਰਾਂ ਆਉਣਗੀਆਂ, ਲਓ ਜੀ ਨਕਲੀ ਖੋਆ ਫੜਿਆ, ਨਕਲੀ ਫਲਾਣੀ ਚੀਜ਼ ਫੜੀ, ਤੇ ਬਾਕੀ 11 ਮਹੀਨੇ ਕਿੱਥੇ ਜਾਏਗੇ ਜੀ? ਇਹਨਾਂ ਨੂੰ ਉਦੋਂ ਤਾਂ ਮਤਲਬ ਜਿਹੜੇ ਟੱਬ ਨੇ ਉਹਨਾਂ ਵਿੱਚ ਰਸਗੁੱਲਿਆਂ 'ਚ ਨੱਚਦੇ ਚੂਹੇ ਨਜ਼ਰ ਆ ਜਾਂਦੇ ਆ, ਛਿਪਕਲੀਆਂ ਮਰੀਆਂ ਨਜ਼ਰ ਆ ਜਾਂਦੀਆਂ ਨੇ, ਪਰ ਬਾਕੀ ਸਾਰਾ ਸਾਲ ਇਹ ਕਦੇ ਨਹੀਂ ਵੇਖਦੇ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਔਰ ਜਦੋਂ ਕਾਰਵਾਈ ਵੀ ਕਰਦੇ ਨੇ, ਅੱਜ ਤੇ ਕਦੀ ਆਪਾਂ ਇਹ ਸੁਣਿਆ ਵੀ ਕਿਸੇ ਦੇ ਖਿਲਾਫ ਬਹੁਤ ਸਖਤ ਕਾਰਵਾਈ ਹੋਈ ਹੋਵੇ ਕਿ ਉਹਦਾ ਕੰਮ ਹੀ ਬੰਦ ਹੋ ਗਿਆ ਹੋਵੇ ਜਾਂ ਕਾਰੋਬਾਰ ਨੂੰ ਨੁਕਸਾਨ ਹੋਵੇ? ਚੀਜ਼ਾਂ ਵੇਚਦੇ ਆ, ਜਿਹੜੇ ਅਸਲੀ ਨੋਟ ਲੈ ਕੇ ਤੇ ਲੋਕਾਂ ਨੂੰ ਗਲਤ ਚੀਜ਼ਾਂ ਦਿੰਦੇ ਆ, ਜਿਹੜੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਦੇ, ਮੌਤ ਦੀ ਸਜ਼ਾ ਹੋਣੀ ਚਾਹੀਦੀ ਉਹਨਾਂ ਨੂੰ। ਬਿਲਕੁਲ ਸਹੀ ਹੋਣੀ ਚਾਹੀਦੀ ਹੈ। ਤੇ ਬਾਕੀ ਆਪਾਂ ਹੁਣ ਚੱਲੀਏ, ਜਾਣਦਾ ਹੋ ਗਿਆ ਵੇਲਾ ਜੀ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੱਕ ਪਹੁੰਚਾਇਓ। ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।